ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519 622 0660 519 622-0660 QTL because we care. Quick Truck Lube. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL because we care. Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਇਸ ਵਕਤ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਗਏ ਨੇ। ਇਸ ਤੋਂ ਪਹਿਲਾਂ ਕਿ ਢਿੱਲੋਂ ਸਾਹਿਬ ਨਾਲ ਗੱਲਬਾਤ ਆਪਾਂ ਅੱਗੇ ਤੋਰੀਏ, ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ 'ਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਡਿਸਪੈਚ ਪੰਜਾਬੀ ਤੇ ਇੰਗਲਿਸ਼ 'ਚ ਕਰਦੇ ਨੇ ਜੀ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਅਕਾਲ ਟਰੱਕ ਐਂਡ ਟ੍ਰੇਲਰ ਨਵੀਂ ਲੋਕੇਸ਼ਨ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ 'ਤੇ ਸ਼ਿਫਟ ਹੋ ਗਿਆ ਜੀ। ਇੱਥੇ ਇਹਨਾਂ ਦੀ ਫੁੱਲ ਫਲੈਜ ਵਰਕਿੰਗ ਸ਼ੁਰੂ ਹੋ ਗਈ ਹੈ। ਇੱਥੇ ਜਿੱਥੇ ਪਹਿਲਾਂ ਤੁਹਾਡੀ ਵਿੰਡ ਸਕਰੀਨ, ਬ੍ਰੇਕਸ, ਆਇਲ, ਇੰਜਨ ਰੀਬਿਲਟ, ਟਰਾਂਸਮਿਸ਼ਨ, ਗੇਅਰ, DOT ਸੇਫਟੀ ਕੀਤੀ ਜਾਂਦੀ ਸੀ, ਉੱਥੇ ਹੁਣ ਤੁਹਾਨੂੰ ਇੱਥੇ ਸੈਮੀ ਦਾ ਪੂਰਾ ਕੰਮ, ਵਾਸ਼, ਕੁਇਕ ਟਰੱਕ ਲਿਵ ਦੇ ਨਾਲ ਨਾਲ ਪਾਰਕਿੰਗ ਦੀ ਸਹੂਲਤ ਵੀ ਹੈ।
ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 2044592000 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਪੰਜਾਬ ਦੀ ਖਬਰ ਕਰੀਏ। ਹਰ ਬੰਦੇ ਦੀ ਪੰਜਾਬ ਦੇ ਉੱਤੇ ਨਿਗਾਹ ਬਣੀ ਹੋਈ ਹੈ। ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਘਸਮਾਨ ਪਿਆ ਹੋਇਆ, ਕਹਿ ਸਕਦੇ ਹਾਂ ਕਿ ਅੱਜ ਇਹ ਘਸਮਾਨ ਸਿਖਰਾਂ 'ਤੇ ਹੈ। ਇਹ ਘਸਮਾਨ ਕਿੱਧਰ ਨੂੰ ਲੈ ਕੇ ਜਾਏਗਾ? ਪਹਿਲਾਂ ਤਾਂ ਸਿੱਧੂ, ਪ੍ਰਗਟ ਸਿੰਘ ਤੇ ਹੁਣ ਕਿੱਥੇ ਕਿੱਥੇ ਦੇ ਲੋਕਾਂ ਨੇ ਸ਼ੀਸ਼ਾ ਦਿਖਾਉਣਾ ਸ਼ੁਰੂ ਕੀਤਾ ਜੀ ਸਰਕਾਰ ਨੂੰ। ਦੇਖੋ, ਗੱਲ ਹੈ ਜਿਹੜੀ ਸਿੱਧੂ ਦੀ ਸ਼ੀਸ਼ਾ ਦਿਖਾਉਣ ਵਾਲੀ ਗੱਲ ਹੈ, ਉਹਨੂੰ ਮੈਂ ਸ਼ੀਸ਼ਾ ਦਿਖਾਉਣ ਵਾਲੀ ਨਹੀਂ ਮੰਨਦਾ। ਕਿਉਂਕਿ ਉਹ ਇੱਕ ਰਾਜਸੀ ਲੜਾਈ ਹੈ ਜੀ, ਤੇ ਰਾਜਸੀ ਲੜਾਈ ਜਿਹੜੀ ਹੈਗੀ ਉਹ ਸਿਖਰਲੀ ਕੁਰਸੀ ਵਾਸਤੇ ਹੈ। ਮੁੱਖ ਮੰਤਰੀ ਦੀ ਕੁਰਸੀ ਤੇ ਕੌਣ ਬੈਠਦਾ ਹੈ ਜੀ। ਜਿੱਥੋਂ ਤੱਕ ਪ੍ਰਗਟ ਸਿੰਘ ਦਾ ਸਵਾਲ ਹੈ, ਪ੍ਰਗਟ ਸਿੰਘ ਦੀ ਸਿੱਧੂ ਨਾਲ ਦੋਸਤੀ ਜ਼ਰੂਰ ਹੈ ਜੀ, ਲੇਕਿਨ ਇਹ ਗੱਲ ਮੰਨਣੀ ਪੈਣੀ ਹੈ ਕਿ ਪ੍ਰਗਟ ਸਿੰਘ ਇੱਕ ਸਪੋਰਟਸ ਪਰਸਨ ਹੋਣ ਦੇ ਨਾਤੇ ਉਹ ਪੰਜਾਬ ਦੇ ਦੁੱਖ ਦਰਦ ਨਾਲ ਵੀ ਵਾਹ ਵਾਸਤਾ ਰੱਖਦਾ ਹੈ ਜੀ। ਉਹ ਪੰਜਾਬ ਦੀ ਕਾਂਗਰਸ ਨੂੰ ਪ੍ਰਫੁੱਲਤ ਹੋਣਾ ਵੀ ਲੋਚਦਾ, ਦੇਖਦਾ ਕਿ ਕਾਂਗਰਸ ਪਾਰਟੀ ਹੈ ਜਿਹੜੀ ਇਹ ਮਾਰ ਨਾ ਖਾ ਜੇ ਜੀ। ਪਹਿਲਾਂ ਆਪਾਂ ਨੂੰ ਪਤਾ ਹੈ ਕਿ ਪ੍ਰਗਟ ਸਿੰਘ ਅਕਾਲੀ ਦਲ ਦੇ ਵਿੱਚ ਰਿਹਾ ਸੀ, ਔਰ ਅਕਾਲੀ ਦਲ ਦੇ ਵਿੱਚ ਵੀ ਮਗਰੋਂ ਜੋ ਆ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਗਟ ਸਿੰਘ ਨੂੰ ਪਾਰਲੀਮਾਨੀ ਸਕੱਤਰ ਬਣਾ ਦਿੱਤਾ ਸੀ ਜੀ। ਪਰ ਉਹਨੇ ਚੀਫ ਪਾਰਲੀਮਾਨੀ ਸਕੱਤਰ ਦਾ ਅਹੁਦਾ ਸੰਭਾਲਣ ਦੀ ਬਜਾਏ ਉਹਨਾਂ ਨੂੰ ਇਹ ਕਹਿ ਦਿੱਤਾ ਸੀ ਕਿ ਮੇਰੇ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜਾ ਤੁਸੀਂ ਆ ਕੂੜਾ ਪਲਾਂਟ ਲਾ ਰਹੇ ਹੋ, ਕਿਰਪਾ ਕਰਕੇ ਇਹਨੂੰ ਬਾਹਰ ਕੱਢ ਦਿਓ। ਔਰ ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜਾ ਸੀ, ਆਪਣੇ ਲੋਕਾਂ ਨਾਲ ਖੜਾ ਸੀ। ਔਰ ਇਹੀ ਕਾਰਨ ਹੈ ਕਿ ਦੁਬਾਰਾ ਜਦੋਂ ਉਹਨੇ ਕਾਂਗਰਸ ਜੁਆਇਨ ਕੀਤੀ, ਅਕਾਲੀ ਦਲ ਨੂੰ ਛੱਡਿਆ, ਤਾਂ ਫਿਰ ਨਤੀਜਾ ਇਹ ਹੋਇਆ ਕਿ ਉਹ ਦੁਬਾਰਾ ਫਿਰ ਜਿੱਤਿਆ। ਜਲੰਧਰ ਛਾਉਣੀ ਤੋਂ ਜਿੱਤਣਾ ਖਾਲਾ ਜੀ ਦਾ ਬਾੜਾ ਜੀ ਜੀ। ਔਰ ਕਾਂਗਰਸ ਪਾਰਟੀ ਨੇ ਇੱਥੇ ਆਪਣੇ ਜਿਹੜੇ ਟਰਸਟਡ ਉਹਨਾਂ ਦਾ ਬੰਦਾ ਸੀ, ਉਹ ਜਿਹੜਾ ਪਹਿਲਾ ਪੁਰਾਣਾ ਕੈਂਡੀਡੇਟ ਸੀ, ਕੀ ਉਹਦਾ ਨਾਮ ਹੈ ਮੁੰਡੇ ਦਾ, ਜਗਬੀਰ ਬਰਾੜ ਫਤਨਾਲੇ ਵਾਲਾ, ਉਹਨੂੰ ਇਗਨੋਰ ਕੀਤਾ, ਉਹਨੂੰ ਕਿਸੇ ਹੋਰ ਕੰਸਟੀਚੂਐਂਸੀ 'ਤੇ ਖੜਾ ਕੀਤਾ ਜਿੱਥੋਂ ਜਿੱਤ ਪ੍ਰਾਪਤ ਨਹੀਂ ਸੀ ਕਰ ਸਕਿਆ। ਉਹ ਵੱਖਰੀ ਗੱਲ ਹੈ। ਪਰ ਗੱਲ ਇਹ ਹੈ ਕਿ ਬੇਅਦਬੀ ਦਾ ਜਿਹੜਾ ਮੁੱਦਾ ਹੈ, ਬੇਅਦਬੀ ਦੇ ਮੁੱਦੇ ਦੇ ਉੱਤੇ ਜੋ ਹਾਈ ਕੋਰਟ ਦਾ ਡਿਸੀਜ਼ਨ ਆਇਆ ਤੇ ਜਿਹਦੇ ਰਾਹੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਉਸ ਟੀਮ ਵੱਲੋਂ ਕੀਤੀ ਗਈ ਤਫਤੀਸ਼ ਨੂੰ ਰੱਦ ਕੀਤਾ ਹੈ, ਉਹਨੇ ਸਵਾਲ ਬੜੇ ਖੜੇ ਕਰ ਦਿੱਤੇ ਜੀ। ਕਿਉਂਕਿ ਸਵਾਲ ਇਸ ਕਰਕੇ ਖੜੇ ਹੁੰਦੇ ਹੈ ਕਿ ਬਹੁਤ ਸਾਰੇ ਪਰਸੈਪਸ਼ਨ ਇਹ ਬਣ ਗਈ। ਜਿਹੜੀ ਪ੍ਰਗਟ ਸਿੰਘ ਦੀ ਕੱਲ੍ਹ ਦੀ ਵੀ ਪ੍ਰੈਸ ਕਾਨਫਰੰਸ ਹੈ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਹਿੰਦਾ ਕਿ ਮੈਂ ਨਹੀਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਦੀ ਕੋਈ ਆਪਸ ਵਿੱਚ ਸਾਂਝ ਪਿਆਲੀ ਹੈ ਜੀ, ਇਹ ਆਪਸ ਵਿੱਚ ਰਲੇ ਹੋਏ ਹੈ। ਲੇਕਿਨ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਲੋਕਾਂ ਦੇ ਵਿੱਚ, ਇੱਕ ਪ੍ਰਭਾਵ ਚਲਾ ਜਾਂਦਾ ਜੀ ਆਪਸ ਵਿੱਚ ਰਲੇ ਹੋਏ, ਇਸੇ ਕਰਕੇ ਕਾਰਵਾਈ ਨਹੀਂ ਕਰਦੇ। ਇਹਦੇ ਕਾਰਨ ਵੀ ਹੋ ਸਕਦੇ ਆ ਦੋ ਤਿੰਨ, ਕਿਉਂਕਿ ਤੁਹਾਡੇ ਯਾਦ ਹੋਣਾ ਹੈ 2002 'ਚ ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲੀ ਵਾਰੀ ਚੀਫ ਮਿਨਿਸਟਰ ਬਣਦਾ ਹੈ, ਉਦੋਂ ਬਾਦਲਾਂ ਦੇ ਖਿਲਾਫ ਇੱਕ ਕੇਸ ਰਜਿਸਟਰ ਕੀਤਾ ਸੀ 100 ਮੈ ਤੋਂ ਵੱਧ ਜਾਇਦਾਦ ਬਣਾਉਣ ਦਾ ਜੀ। ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਦੇ ਵਿੱਚ ਗਏ ਸੀ। ਉਸ ਕੇਸ ਦੇ ਵਿੱਚ ਬੀਬੀ ਸੁਰਿੰਦਰ ਕੌਰ ਬਾਦਲ ਦਾ ਨਾਂ ਵੀ ਸੀ ਜੀ। ਔਰ ਤੁਸੀਂ ਦੇਖਿਆ ਹੋਣਾ ਬਹੁਤ ਵਾਰੀ ਸੀਨੀਅਰ ਬਾਦਲ ਇਹਦਾ ਜ਼ਿਕਰ ਵੀ ਕਰਦੇ ਰਹੇ ਸੀ ਕਿ ਕੈਪਟਨ ਨੇ ਸਾਡੀਆਂ ਬੁੜੀਆਂ ਨੂੰ ਵੀ ਨਹੀਂ ਬਖਸ਼ਿਆ। ਬਿਲਕੁਲ, ਉਹ ਆਮ ਹੀ ਕਹਿੰਦੇ ਹੁੰਦੇ ਸੀ, ਇਹ ਦਰਦ ਸੀ ਉਹਨਾਂ ਨੂੰ ਕਿ ਘੱਟੋ ਘੱਟ ਲੇਡੀਜ਼ ਨੂੰ ਇਹੋ ਜਿਹੇ ਕੇਸਾਂ ਦੇ ਵਿੱਚ ਨਹੀਂ ਸੀ ਪਾਉਣਾ ਚਾਹੀਦਾ। ਪਰ ਕਿਉਂਕਿ ਪ੍ਰਾਪਰਟੀਆਂ ਦਾ ਮਾਮਲਾ ਨਾ ਨੂੰ ਹੁੰਦੀ ਹੈ। ਬਾਅਦ ਦੇ ਵਿੱਚ ਫਿਰ ਆਪਾਂ ਦੇਖਿਆ ਕਿ ਉਹੀ ਪੁਲਿਸ, ਉਹੀ ਵਿਜੀਲੈਂਸ ਜਿਨ੍ਹਾਂ ਨੇ FIR ਦਰਜ ਕੀਤੀ ਸੀ ਜਦੋਂ 2007 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਹੈ, ਤੇ ਸਾਰੀ ਵਿਜੀਲੈਂਸ ਦਾ ਜ਼ੋਰ ਇਸ ਗੱਲ ਉੱਤੇ ਲੱਗ ਗਿਆ ਕਿ ਛੇਤੀ ਛੇਤੀ ਜਿਹੜੇ ਹੈਗੇ ਇਸ ਕੇਸ ਨੂੰ ਖਤਮ ਕਰਵਾਇਆ ਜਾਵੇ। ਔਰ ਉਹ ਗਵਾਹ ਜਿਹੜੇ ਆਪਣੇ ਸਾਹਮਣੇ ਤੁਹਾਡੇ ਯਾਦ ਹੋਣਾ ਹੈ, ਟੈਕਨੀਕਲ ਜਿਹੜੇ ਅਫਸਰ ਹੁੰਦੇ ਸੀ, ਚਾਹੇ PWD ਦੇ ਹੁੰਦੇ ਸੀ, ਜਿਨ੍ਹਾਂ ਨੇ ਫੀਤੇ ਮਾਰੇ ਸੀ, ਉਹ ਗਵਾਹੀਆਂ ਦੇਣ ਦੀ ਥਾਂ ਗਵਾਹੀਆਂ ਮੁੱਕਰਨ ਲੱਗ ਗਏ ਸੀ। ਔਰ ਬਠਿੰਡੇ ਤੋਂ ਹੀ ਇੱਕ DSP ਸਾਹਿਬ ਸੀਗੇ, ਉਹ SP ਸਾਹਿਬ ਸੀ, ਉਹ SP ਜਿਹੜੇ ਹੈਗੇ ਗਵਾਹੀ ਦੇਣੀ ਚਾਹੁੰਦਾ ਸੀ, ਲੇਕਿਨ ਉਹ ਗਵਾਹੀ ਦੇਣ ਵਾਸਤੇ ਕਟਹਿਰੇ 'ਚ ਜਾਣ ਵਾਸਤੇ ਅਦਾਲਤ 'ਚ ਪਹੁੰਚ ਜਾਂਦਾ ਸੀ ਤੇ ਉਹਦੀ ਗਵਾਹੀ ਕਰਾਈ ਤੱਕ ਨਹੀਂ ਜਾਂਦੀ ਸੀ। ਉਹ ਕਰਾਈ ਕਿਉਂ ਨਹੀਂ ਗਈ ਸੀ? ਇਸ ਕਰਕੇ ਨਹੀਂ ਕਰਵਾਈ ਗਈ ਸੀ, ਸ਼ਾਇਦ ਉਹਨਾਂ ਦਾ ਨਾਮ ਜਸਪਾਲ ਸਿੰਘ ਸੀ ਮੇਰੇ ਖਿਆਲ ਮੁਤਾਬਕ। ਉਹ ਇਸ ਕਰਕੇ ਨਹੀਂ ਸੀ ਕਰਵਾਈ ਗਈ ਕਿਉਂਕਿ ਵੇਲੇ ਦਾ ਜਿਹੜਾ ਡਾਇਰੈਕਟਰ ਸੀ, ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਦਾ, ਸੁਮੈਤ ਸਿੰਘ ਸੈਣੀ, ਜਿਹਨੂੰ ਲਾਇਆ ਹੀ ਬਾਦਲਾਂ ਨੇ ਸੀ, ਉਹਦਾ ਸਾਰਾ ਜ਼ੋਰ ਇਸ ਗੱਲ ਉੱਤੇ ਲੱਗਿਆ ਪਿਆ ਸੀ ਕਿ ਆਪਾਂ ਬਾਦਲਾਂ ਨੂੰ ਬਚਾਉਣਾ। ਤੇ ਫਿਰ ਕੱਲੇ ਕਰਕੇ ਸਾਰੇ ਗਵਾਹ ਜਦੋਂ ਮੁੱਕਰ ਗਏ ਸੀ, ਉਹ ਕੇਸ ਧੜਮ ਕਰਕੇ ਡਿੱਗ ਪਿਆ। ਬਾਅਦ ਦੇ ਵਿੱਚ ਫਿਰ ਬਾਦਲਾਂ ਨੇ ਵੀ ਅਦਲੇ ਦਾ ਬਦਲਾ ਲੈਣ ਵਾਲੀ ਗੱਲ ਕੀਤੀ। ਕੈਪਟਨ ਅਮਰਿੰਦਰ ਸਿੰਘ ਤੇ ਵੀ 2 ਪਰਚੇ ਦਰਜ ਕੀਤੇ। ਮੇਰੇ ਯਾਦ ਆ ਚੰਗੀ ਤਰ੍ਹਾਂ, ਦਾਨੇਵਾਲੀਆ ਸਾਹਿਬ ਸ਼ਾਇਦ ਤੁਹਾਡੇ ਵੀ ਯਾਦ ਹੋਣੇ ਕਿ ਉਸ ਵੇਲੇ ਸੁਖਬੀਰ ਸਿੰਘ ਬਾਦਲ ਜਦੋਂ ਆਪੋਜੀਸ਼ਨ ਦੇ ਵਿੱਚ ਹੁੰਦਾ ਸੀ ਤੇ ਉਹਦੇ ਭਾਸ਼ਣਾਂ ਦਾ ਜਿਹੜਾ ਤੋੜ ਹੁੰਦਾ ਸੀ, ਉਹ ਹੁੰਦਾ ਸੀ ਕਿ ਸਾਡੀ ਹਕੂਮਤ ਆ ਲੈਣ ਦਿਓ, ਫਿਰ ਅਸੀਂ ਰਾਜੇ ਦੀ ਪਜਾਮੀ 'ਚ ਚੂਹੇ ਛੱਡਾਂਗੇ। ਮੈਂ ਉਹ ਮੰਜ਼ਰ ਵੀ ਦੇਖਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੇਸ ਰਜਿਸਟਰ ਕੀਤਾ
ਇੱਥੇ ਵਿਜੀਲੈਂਸ ਬਿਊਰੋ ਨੇ ਇੱਥੋਂ ਵਾਲਾ ਲੁਧਿਆਣੇ ਵਾਲਾ, ਤੇ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਪੰਜਾਬ 'ਚ ਜਾਂ ਭਾਰਤ ਨਹੀਂ ਸੀ, ਇੰਗਲੈਂਡ ਦੇ ਵਿੱਚ ਸੀ। ਇੰਗਲੈਂਡ ਦੇ ਵਿੱਚ ਤੋਂ ਬੈਠਿਆ ਹੀ ਉਹਨਾਂ ਨੇ ਆਪਣੀ ਜਿਹੜੀ ਹੈ ਐਂਟੀਸਪੇਟਰੀ ਬੇਲ ਲਈ ਸੀ, ਔਰ ਉਸ ਬੇਲ ਦੇ ਵਿੱਚ ਕੰਡੀਸ਼ਨ ਇਹ ਸੀ ਕਿ ਤੁਹਾਨੂੰ ਜਿਹੜਾ ਹੈਗਾ ਸ਼ਾਮਲ ਤਫਤੀਸ਼ ਹੋਣਾ ਪੈਣਾ। ਫਿਰ PWD ਰੈਸਟ ਹਾਊਸ ਪਟਿਆਲਾ, ਉੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾਇਆ ਗਿਆ ਤੇ ਬਹੁਤ ਵੱਡਾ ਇਕੱਠ ਹੋਇਆ ਸੀ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੰਜਾਬ ਦੇ ਵਿੱਚੋਂ ਲੋਕ ਪਹੁੰਚੇ ਹੋਏ ਸੀ। ਤੇ ਜਿਹੜਾ ਉਹ ਇੰਟੈਰੋਗੇਸ਼ਨ ਵਾਲਾ ਜਿਹਨਾਂ ਨੇ ਸੈਂਟਰ ਬਣਾਇਆ ਸੀ PWD ਦਾ, ਉਹਦੇ ਵਿੱਚ ਕੈਮਰੇ ਲੱਗੇ ਹੋਏ ਸੀ। ਕੈਮਰੇ ਲੱਗੇ ਹੋਏ ਸੀ ਤੇ ਕੈਮਰਿਆਂ ਦੇ ਵਿੱਚ ਉਹਨੂੰ ਜਿਹੜੀ ਆਮਣੇ ਸਾਹਮਣੇ ਪੁੱਛਗਿੱਛ ਤੇ ਸਵਾਲ ਕਰਨੇ ਹੈ, ਤੇ ਕੈਮਰੇ ਸਿੱਧੇ ਜਿਹੜੇ ਹੈਗੇ ਆ ਉਹ ਜੁੜੇ ਹੋਏ ਸੀ ਚੰਡੀਗੜ੍ਹ ਦੇ ਨਾਲ। ਤੇ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਚੱਲਦੀ ਸੀ ਕਿ ਕੈਮਰਿਆਂ ਦੇ ਆਲੇ ਦੁਆਲੇ ਜਿਹੜੇ ਸਕਰੀਨ ਹੈ TV ਚੈਨਲਾਂ ਦੇ, ਉਹਦੇ ਤੇ ਸੁਮੈਧ ਸਿੰਘ ਸੈਣੀ ਤੇ ਸੁਖਬੀਰ ਸਿੰਘ ਬਾਦਲ ਦੋਨੋਂ ਬੈਠੇ ਸੀ ਜੀ। ਤੇ ਬਠਿੰਡੇ ਹੀ ਇੱਕ ਹੁੰਦਾ ਸੀ SSP ਲੱਗ ਗਿਆ ਸੀ ਉਸ ਦੌਰ ਦਾ, ਜਿਹੜਾ ਇਨਵੈਸਟੀਗੇਟਰ ਸੀ। ਉਹਨੇ ਕਿਤੇ ਕਿਹਾ ਕਿ ਤੁਸੀਂ ਆਹ ਕੀਤਾ ਤੇ ਆਹ ਕੀਤਾ, ਤੇ ਕੈਪਟਨ ਅਮਰਿੰਦਰ ਸਿੰਘ ਥੋੜ੍ਹਾ ਜਿਹਾ ਔਖਾ ਹੋ ਕੇ ਬੋਲਿਆ ਕਿ ਮੇਰੇ ਜ਼ਮਾਨੇ 'ਚ ਨਹੀਂ ਹੁੰਦਾ ਸੀ, ਇਹ ਬਾਦਲਾਂ ਵੇਲੇ ਹੁੰਦਾ ਸੀ। ਤੇ ਉਸ SSP ਨੇ ਕਿਹਾ ਨਹੀਂ ਜੀ, ਬਾਦਲ ਨਹੀਂ, ਤੁਸੀਂ ਬਾਦਲ ਸਾਹਿਬ ਕਹੋ। ਉਹ ਕਹਿੰਦਾ ਕਿਹੜਾ ਸਾਹਿਬ ਸੂਬ ਥੋੜਾ ਹੋਊਗਾ, ਮੇਰਾ ਕੋਈ ਸਾਹਿਬ ਨਹੀਂ। ਤੇ ਫਿਰ ਉਹ ਕੈਮਰੇ ਜੇ ਪਾਸੇ ਹਟਾਤੇ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਹੋਰ ਜਿਹੜੇ ਹੈਗੀ ਹੈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਕਿ ਸੈਣੀ ਸਾਹਿਬ ਨੇ ਤਾਂ ਲਾਇਆ ਸੀ ਕਿ ਚੂਹੇ ਛੱਡਣ ਵਾਲੀ ਗੱਲ ਕਿਹੜੀ ਗੱਲ ਹੈ, ਤਾਂ ਪੁੱਠਾ ਹੀ ਬੋਲੀ ਜਾਂਦਾ, ਇਹ ਵਗੈਰਾ ਹੋਇਆ ਸੀ। ਪਰ ਬਾਅਦ ਦੇ ਵਿੱਚ ਤੁਸੀਂ ਦੇਖਿਆ ਹੋਣਾ 2007 ਤੋਂ ਲੈ ਕੇ 2017 ਤੱਕ 10 ਸਾਲ ਸਰਕਾਰ ਰਹੀ ਹੈ। ਉਹਨਾਂ 10 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੇਸ ਹੀ ਨਹੀਂ ਚੱਲ ਸਕਿਆ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਬਰਖਾਸਤ ਕੀਤਾ। ਇਸ ਮੁੱਦੇ ਨੂੰ ਲੈ ਕੇ ਉਹ ਸੁਪਰੀਮ ਕੋਰਟ ਗਿਆ, ਸੁਪਰੀਮ ਕੋਰਟ ਦੇ ਵਿੱਚ ਉਹਨੂੰ ਬਹਾਲ ਕੀਤਾ ਗਿਆ। ਫਿਰ ਜਿਹੜੀ ਜਦੋਂ ਸੁਪਰੀਮ ਕੋਰਟ 'ਚੋਂ ਬਹਾਲੀ ਹੋ ਗਈ ਤੇ ਫਿਰ ਉਹਨੇ ਉਹ ਜਿਹੜਾ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਾਲਾ ਕੇਸ ਸੀ, ਸੁਪਰੀਮ ਕੋਰਟ ਦੀ ਬਹਾਲੀ ਵਾਲੇ, ਕਿਉਂਕਿ ਜਿਹੜੀ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਉਹਨੂੰ ਬਰਖਾਸਤ ਕੀਤਾ, ਉਹ ਕੇਸ ਇਹੀ ਸੀ, ਉਹ ਇਹੀ ਕੇਸ ਸੀ, ਉਹ ਢਾਂਡਾ ਕਮੇਟੀ ਸੀ। ਹਰੀਸ਼ ਢਾਂਡਾ ਜਿਹੜਾ ਸੀ ਵਕੀਲ ਸੀਗਾ, ਉਹ ਉਸ ਕਮੇਟੀ ਦਾ ਚੇਅਰਮੈਨ ਸੀ। ਉਹਨੇ ਕਿਹਾ ਕਿ ਜਦੋਂ ਮੈਨੂੰ ਜਿਹੜੀ ਉਸ ਕਮੇਟੀ ਦੀ ਜਿਹੜੀ ਭਰੋਸੇਯੋਗਤਾ ਨੂੰ ਉਹਨਾਂ ਨੇ ਨਹੀਂ ਮੰਨਿਆ, ਸੁਪਰੀਮ ਕੋਰਟ ਨੇ ਨਹੀਂ ਮੰਨਿਆ, ਤੇ ਮੇਰੀ ਫਿਰ ਜਿਹੜੀ ਹੈਗੀ ਕੇਸ ਵੀ ਖਤਮ ਕੀਤਾ ਜਾਵੇ। ਉਹ ਕੇਸ ਵੀ ਉਹਨੇ ਫਿਰ ਹਾਈ ਕੋਰਟ 'ਚ ਪਾਇਆ ਸੀ, ਔਰ ਹਾਈ ਕੋਰਟ ਦੇ ਵਿੱਚੋਂ ਉਹ ਕੇਸ ਜਿਹੜਾ ਹੈਗਾ ਫਿਰ ਦੁਬਾਰਾ ਹਾਈ ਕੋਰਟ ਦੀਆਂ ਡਾਇਰੈਕਸ਼ਨ ਦੇ ਉੱਤੇ ਰੀਇਨਵੈਸਟੀਗੇਟ ਹੋ ਕੇ ਦੁਬਾਰਾ ਵਿਜੀਲੈਂਸ ਨੂੰ ਕਲੋਜ਼ ਕਰਨਾ ਪਿਆ ਸੀ। ਉਹ ਇਸ ਤਰ੍ਹਾਂ ਹੋਇਆ ਸੀ। ਇੱਦਾਂ ਹੀ ਜੇ ਆਪਾਂ ਦੇਖੀਏ ਤਾਂ ਤੁਹਾਡਾ ਲੁਧਿਆਣੇ ਵਾਲਾ ਸਿਟੀ ਸੈਂਟਰ ਸਕੈਮ ਵਾਲਾ, ਸਿਟੀ ਸੈਂਟਰ ਸਕੈਮ ਵਾਲੇ ਦੇ ਵਿੱਚ ਤੱਕ ਮੁਲਜ਼ਮ ਹੀ ਇੰਨੇ ਜ਼ਿਆਦਾ ਸੀ, ਉਹ ਚਾਰਜ ਫਰੇਮ ਵਾਸਤੇ ਆਉਂਦਾ ਸੀ। ਤੇ ਮੈਂ ਪਹਿਲਾਂ ਵੀ ਆਪਾਂ ਇਹ ਗੱਲ ਕਹਿੰਦੇ ਰਹੇ ਹਾਂ ਕਿ ਕਾਨੂੰਨ ਹਮੇਸ਼ਾ ਆਮ ਲੋਕਾਂ ਲਈ ਹੁੰਦਾ ਹੈ, ਛੋਟੇ ਬੰਦਿਆਂ ਲਈ, ਵੱਡਿਆਂ ਬੰਦਿਆਂ ਲਈ ਨਹੀਂ। ਵੱਡੇ ਬੰਦੇ ਕੋਲ ਤਾਂ ਵਕੀਲ ਆ ਜਾਂਦੇ ਬਹੁਤ ਵੱਡੇ ਆਪ ਹੀ ਆ ਜਾਂਦੇ, ਔਰ ਉਹ ਵਕੀਲ ਆਪਣੇ ਆਪ ਹੀ ਕਹਿੰਦੇ ਜੀ ਉਹਨਾਂ ਨੇ ਐਡਵੋਕੇਟ ਜਨਰਲ ਲੱਗਣਾ ਹੁੰਦਾ, ਅਤੁਲ ਦੇ ਵਰਗੇ ਹੀ ਸੀ। ਉਹ ਪਿਛਲੀ ਵਾਰੀ ਦੇ ਜੇ ਦੇਖੀ ਤਾਂ ਅਸ਼ੋਕ ਅਗਰਵਾਲ ਹੋਰੀ ਸੀ ਉਹਨਾਂ ਵੇਲੇ ਮੱਤੇਵਾਲ ਸਾਹਿਬ ਸੀ, ਹਰਦੇਵ ਸਿੰਘ ਮੱਤੇਵਾਲ, ਉਹ ਆਪਣੇ ਬਾਪ ਹੀ ਵੱਡੇ ਵਕੀਲ ਆ ਜਾਂਦੇ। ਉਹਨਾਂ ਨੇ ਕਹੀ ਸਾਡੀਆਂ ਸੇਵਾਵਾਂ ਲਓ। ਬਹੁਤ ਸਾਰੇ ਉਹਦੇ ਵਿੱਚ, ਕਿਉਂਕਿ ਟੂਡੇ ਹੋਮਸ ਵਾਲੇ ਵੀ ਸੀ ਉਹਦੇ 'ਚ, ਉਹ ਵੀ ਬਹੁਤ ਵੱਡੀ ਫਰਮ ਸੀ। ਉਹਨਾਂ ਦੇ ਕੋਲੇ ਵੀ ਜਿਹੜੇ ਹੈਗੇ ਪੈਸੇ ਸੀ, ਪੈਸੇ ਉਹਨਾਂ ਨੇ ਖਰਚ ਕੀਤੇ। ਤੇ ਨਤੀਜਾ ਕੀ ਹੋਇਆ ਸੀ? ਨਤੀਜਾ ਇਹ ਹੋਇਆ ਸੀ ਕਿ ਬਹੁਤ ਲੰਬਾ ਸਮਾਂ ਜਿਹੜਾ ਹੈਗਾ ਚਾਰਜ ਫਰੇਮ ਹੀ ਨਹੀਂ ਹੋ ਸਕਿਆ, ਚਲਾਨ ਪੇਸ਼ ਹੋ ਗਿਆ, ਚਾਰਜ ਨਹੀਂ ਫਰੇਮ ਹੋ ਸਕਿਆ। ਕਦੇ ਕਿਸੇ ਨੇ ਅਰਜੀ ਪਾਤੀ, ਕਦੇ ਕਿਸੇ ਨੇ, ਪਰ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਿਆ। ਮੁੱਖ ਮੰਤਰੀ ਬਣਨ ਤੋਂ ਬਾਅਦ ਫਿਰ ਉਹੀ ਵਿਜੀਲੈਂਸ ਫਿਰ ਭੱਜ ਲਈ ਦੂਜੇ ਪਾਸੇ, ਆਪਾਂ ਦੂਜੇ ਪਾਸੇ। ਤੇ ਉਸ ਵੇਲੇ ਤੁਹਾਡੇ ਯਾਦ ਹੋਣਾ ਕਮਲਜੀਤ ਸਿੰਘ ਜਿਹੜਾ ਵਿਜੀਲੈਂਸ ਦਾ SSP ਹੁੰਦਾ ਸੀ, ਉਹਨੇ ਵੀ ਵਿਰੋਧ ਕੀਤਾ ਸੀ। ਔਰ ਬਾਅਦ ਦੇ ਵਿੱਚ ਸੁਮੈਧ ਸੈਣੀ ਨੇ ਵੀ ਪਾਈ ਸੀਗੀ, ਪਟੀਸ਼ਨ ਪਾਈ ਸੀ, ਮੈਨੂੰ ਇਹ ਵਿਰੋਧ, ਮੇਰੇ ਕੋਲ ਐਵੀਡੈਂਸ ਹੈਗੀ ਹੈ, ਪਰ ਅਦਾਲਤ ਨੇ ਨਹੀਂ ਮੰਨੀ। ਉਹ ਸੇਵਾ ਉਹ ਆਪਣਾ ਉਹਦੇ 'ਚੋਂ ਡਿਸਚਾਰਜ ਹੋ ਗਈ। ਉਹ ਡਿਸਚਾਰਜ ਹੋਣ ਤੋਂ ਬਾਅਦ ਹੁਣ ਇਹ ਜਿਹੜੀਆਂ ਚੀਜ਼ਾਂ ਜਿਹੜੀ ਡਿਲੇ ਹੁੰਦੀ ਹੈ ਦੋਨਾਂ ਪਾਸਿਆਂ ਦੀ, ਉੱਥੇ ਹੁਣ ਇਹ ਹੈ ਕਿ ਪਰਸੈਪਸ਼ਨ ਬਣਾਉਣ ਵਾਸਤੇ ਇਹ ਗੱਲ ਵਧੀਆ ਬਣਦੀ ਹੈ ਕਿ ਹਾਂਜੀ ਉਹਨਾਂ ਦੀ ਮਦਦ ਕਰਦੇ, ਉਹਨਾਂ ਦੀ ਮਦਦ ਕਰਦੇ, ਕੇਸ ਵੀ ਦਰਜ ਕਰਦੇ ਵਗੈਰਾ ਵਗੈਰਾ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਬੇਅਦਬੀ ਵਾਲੇ ਮਾਮਲੇ ਤੇ ਜਿੱਥੇ ਤਾਂ ਹੁਣ ਗੱਲਾਂ ਰਿਕਾਰਡ ਤੇ ਆ ਗਈਆਂ ਜੀ, ਇਹ ਤਾਂ ਭਾਈ ਰਣਜੀਤ ਸਿੰਘ ਹੋਰਾਂ ਨੇ ਓਪਨ ਜਿਹੜੀ ਅੰਬ ਸਾਹਿਬ ਦੇ ਵਿੱਚ ਉਹਨਾਂ ਨੇ ਭਾਸ਼ਣ ਕੀਤਾ, ਪ੍ਰੈਸ ਕਾਨਫਰੰਸ ਕੀਤਾ, ਉਹਦੇ ਵਿੱਚ ਉਹਨਾਂ ਨੇ ਕਿਹਾ, ਭਾਈ ਰਣਜੀਤ ਸਿੰਘ ਨੇ, ਕਿ ਜੀ ਇਹ ਜਿਹੜਾ ਅਸ਼ੋਕ ਅਗਰਵਾਲ ਹੈ ਇਹ ਚੌਟਾਲਾ ਸਾਹਿਬ ਦੇ ਦੌਰ ਦੇ ਵਿੱਚ ਐਡਵੋਕੇਟ ਜਨਰਲ ਹੁੰਦਾ ਸੀ, ਤੇ ਜਿਹੜੇ ਰਾਜਵੀਰ ਸਿੰਘ ਸਹਿਰਾਵਤ ਜੱਜ ਸਾਹਿਬ ਹੈ ਜਿਨ੍ਹਾਂ ਨੇ ਹੁਣ ਇਹ ਬੇਅਦਬੀ ਵਾਲਾ ਮਾਮਲਾ ਸਾਰਾ ਖਤਮ ਕੀਤਾ ਹੈ, ਇਹ ਡਿਪਟੀ ਐਡਵੋਕੇਟ ਜਨਰਲ ਹੁੰਦੇ ਸੀ ਜੀ। ਔਰ ਚੌਟਾਲਿਆਂ ਦੀ ਸਿਫਾਰਿਸ਼ ਦੇ ਨਾਲ ਹੀ ਇਹ ਜੁਡੀਸ਼ਰੀ ਦੇ ਵਿੱਚ ਆਏ। ਹੁਣ ਉਹੀ ਅਸ਼ੋਕ ਅਗਰਵਾਲ ਬਾਦਲਾਂ ਦਾ ਵਕੀਲ ਤੇ ਉਹਦਾ ਜੂਨੀਅਰ ਜਿਹੜਾ ਜੱਜ, ਤੇ ਉਹ ਫੈਸਲਾ ਤਾਂ ਜਿਹੜਾ ਹੋਣਾ ਸੀ ਉਹੀ ਹੈ। ਤੇ ਹੁਣ ਕੱਲ ਇਹੀ ਕਾਰਨ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਕੱਲ ਸਾਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਬੈਠੇ ਹੈ, ਸੱਦਾ ਦਿੱਤਾ ਉਹਨਾਂ ਨੇ ਕਿ ਚਾਹੇ ਇੰਟਰਨੈਟ ਤੋਂ ਡਾਊਨਲੋਡ ਕਰੋ, ਇਹ ਸਾਰੀਆਂ ਜਿਹੜੀਆਂ ਹੈਗੀਆਂ ਜੱਜਮੈਂਟਸ ਜਿਹੜੀ ਹੈ ਇੰਟਰਨੈਟ ਤੋਂ ਡਾਊਨਲੋਡ ਕਰਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨਾਂ ਨੂੰ ਅੱਗਾਂ ਲਾਓ, ਸਾੜੋ। ਮੇਰੇ ਖਿਆਲ ਮੁਤਾਬਕ ਕਿਸੇ
ਅਦਾਲਤ ਦੀ ਜਜਮੈਂਟ ਨੂੰ ਸਾਰਨਾ ਕੰਟੈਂਪਟ ਆਫ ਕੋਰਟ ਹੈ। ਹਾਂਜੀ ਬਿਲਕੁਲ। ਪਰ ਉਹਦੇ 'ਚ ਭਾਈ ਰਣਜੀਤ ਸਿੰਘ ਨੇ ਕਹਿਤਾ ਕਿ ਜਦੋਂ ਸਾਡੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ, ਕੋਈ ਗੱਲ ਨਹੀਂ, ਕਹਿੰਦੇ ਫੜ ਲਓ, ਮੈਨੂੰ ਫੜ ਲਓ। ਔਰ ਕੱਲ ਜਿਹੜੀ ਹੈਗੀ 11 ਵਜੇ ਬੱਤੀਆਂ ਵਾਲੇ ਉਸੇ ਚੌਕ 'ਚ ਜਿੱਥੇ ਪਹਿਲਾ ਐਕਸ਼ਨ ਹੋਇਆ ਸੀ, ਉੱਥੇ ਕੱਲ ਉਹ ਜੱਜਮੈਂਟ ਦੀ ਕਾਪੀ ਸਾੜ ਰਹੇ। ਸੋ ਇਹਦੇ 'ਚ ਹੁਣ ਕਿਉਂਕਿ ਜਿਹੜੀ ਹੈਗੀ ਹੈ ਨਜ਼ਲਾ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ਤੇ ਜਿਹੜਾ ਜਿਹੜੀ ਮੌਕੇ ਦੀ ਸਰਕਾਰ ਹੈ, ਮੌਕੇ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਉਹਨਾਂ ਨੇ SIT ਬਣਾਈ ਹੈ, ਜਿਹੜਾ ਉਹਨਾਂ ਨੇ ਕਮਿਸ਼ਨ ਬਣਾਇਆ, ਉਹਦਾ ਕੇਸ ਸਟੈਂਡ ਕਰਨਾ ਚਾਹੀਦਾ, ਸਟੈਂਡ ਕਰਨਾ। ਔਰ ਇਹੀ ਗੱਲ ਪ੍ਰਗਟ ਸਿੰਘ ਕਹਿੰਦਾ ਕਿ ਜੇ SIT ਦਾ ਕੇਸ ਫੇਲ ਹੋਇਆ, ਹੋਮ ਮਿਨਿਸਟਰ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਤੇ ਹੋਮ ਮਿਨਿਸਟਰ ਹੈ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੂੰ ਮਹਿਸੂਸ ਕਰਨਾ ਚਾਹੀਦਾ। ਨਾਲ ਹੀ ਅਸੀਂ ਇਹ ਦੇਖੀਏ ਕਿ ਕੱਲ ਜਿਹੜੀ ਉਹ ਪਰਸੋਂ ਦੀਆਂ ਮੀਟਿੰਗਾਂ ਕਰਨ ਲੱਗੇ ਹੋਏ ਹੈ, ਪਹਿਲਾਂ ਮਾਲਵੇ ਦੇ ਜਿਹੜੇ MLA ਉਹਨਾਂ ਨਾਲ 2 ਪੜਾਵਾਂ 'ਚ ਮੀਟਿੰਗ ਕੀਤੀ, ਫਿਰ ਕੱਲ 2 ਪੜਾਵਾਂ ਦੇ ਵਿੱਚ ਵੱਖਰਿਆਂ ਮਾਝੇ ਵਾਲਿਆਂ ਨਾਲ ਵੀ ਕੀਤੀ ਤੇ ਦੁਆਬੇ ਵਾਲਿਆਂ ਨਾਲ। ਮਾਝੇ ਵਾਲੇ ਜਿਹੜੇ ਹੈਗੇ, ਮਾਝੇ ਵਾਲਿਆਂ ਨੂੰ ਜਦੋਂ ਸਮਝਾਉਣ ਲੱਗੇ ਜੀ ਉਹ ਕਹਿੰਦੇ ਜੀ ਲੋਕ ਇਹ ਚਾਹੁੰਦੇ ਹੈ, ਲੋਕਾਂ ਦੀ ਇਹ ਡਿਮਾਂਡ ਹੈ ਕਿ ਜਿਹੜੇ ਇਹ ਦੋਸ਼ੀ ਇਹਨਾਂ ਨੂੰ ਫੜ ਕੇ ਘੇਰਾ ਬੰਦ ਕਰੋ, ਇਹ ਅੰਦਰ ਜਾਂਦੇ ਕਿ ਨਹੀਂ ਜਾਂਦੇ, ਨਹੀਂ ਤਾਂ ਲੋਕ ਸਾਨੂੰ ਕਹਿੰਦੇ ਤੁਸੀਂ ਰਲੇ ਵੀ ਨਾਲ। ਜੇ ਆਪਾਂ ਇਹਨਾਂ ਨੂੰ ਫੜ ਕੇ ਬੰਦ ਨਹੀਂ ਕਰਦੇ ਤਾਂ ਮਤਲਬ ਇਹ ਹੈ ਕਿ ਅਸੀਂ ਜਦੋਂ ਵੋਟਾਂ ਮੰਗਣ ਗਏ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਕਿਸੇ ਨੇ ਵੋਟਾਂ ਨਹੀਂ ਮੰਗ ਸਕਦੇ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਲੀਗਲ ਟੀਮ ਹੈ ਵਿੱਚ ਬੈਠੀ ਸੀ, ਉਹ ਫਿਰ ਜਦੋਂ ਕਾਨੂੰਨੀ ਨੁਕਤੇ ਸਮਝਾਉਣ ਲੱਗੇ ਤੇ ਮਝੈਲਤ ਪੈ ਗਈ। ਉਹ ਕਹਿੰਦੇ ਇਹ ਨੁਕਤੇ ਰੱਖੋ ਆਪਦੇ ਕੋਲੇ, ਸਾਨੂੰ ਨਹੀਂ ਇਹ ਚਾਹੀਦੇ, ਸਾਨੂੰ ਤਾਂ ਇਹ ਦੱਸੋ ਕਿ ਅੰਦਰ ਦੇਵੋਗੇ ਕਿ ਨਹੀਂ ਦਿੰਦੇ, ਸਿੱਧੀ ਗੱਲ ਕਰੋ। ਇੱਕ ਤਾਂ ਫਿਰ ਬਾਹਲਾ ਹੀ ਗਾਂਹ ਟੱਪ ਗਿਆ ਬਾਈ, ਆਪਾਂ ਤਾਂ ਬਾਈ ਕਹਿ ਦਿੰਦੇ ਉਹ ਪਾਊ ਕਹਿੰਦਾ ਉਹ ਤੁਸੀਂ ਛੱਡੋ, ਜੇ ਲਿਹਾਜ਼ ਪਕਾਉਣੀ ਹੈ ਤਾਂ ਮਾਲਵੇ ਵਾਲੇ ਨਾਲ ਪਕਾ ਲਓ, ਉਹ ਸਾਡੇ ਵਾਲੇ ਨੂੰ ਤਾਂ ਦੇ ਦਿਓ ਅੰਦਰ। ਜਦੋਂ ਸਾਡੇ ਵਾਲੇ ਨੂੰ ਕਹਿੰਦੇ ਅੰਦਰ ਦੇ ਦਿਓ ਤੇ ਉਦੋਂ ਫਿਰ ਬਿਕਰਮ ਸਿੰਘ ਮਜੀਠੀਆ ਦਾ ਨਾਮ ਆਉਂਦਾ। ਉਹ ਬਿਕਰਮ ਸਿੰਘ ਮਜੀਠੀਆ ਨੂੰ ਉਹ ਕਹਿੰਦੇ ਵੀ ਉਹੀ ਜਿਹੜੀ 6000 ਕਰੋੜ ਵਾਲਾ ਡਰੱਗ ਐਕਟ ਹੈ ਉਹਦੇ 'ਚ। ਹੁਣ ਤੁਹਾਡੇ ਯਾਦ ਹੋਣਾ ਹੈ, ਵੇਖਿਆ ਹੋਣਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ, ਅਮਰੀਕਾ ਕੈਨੇਡਾ ਦੇ ਬਹੁਤ ਕੁਝ ਬੜੇ ਵੱਡੇ ਬੰਦੇ ਫੜੇ ਗਏ, ਉਹਦੀਆਂ ਤਾਰਾਂ ਵੀ ਪੰਜਾਬ ਆ ਗਈਆਂ, ਉਹਦੀਆਂ ਤਾਰਾਂ ਪੰਜਾਬ ਜੁੜਦੀਆਂ ਨਾਲ। ਉਹ ਕਹਿੰਦੇ ਵੀ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਹੈਗੇ ਉਹੀ ਤਾਂ ਹੈ, ਇਹ ਉਹੀ ਸਾਰਾ ਕੁਝ ਉੱਥੋਂ ਜੁੜਦਾ। ਤੇ ਇਹਦੇ ਵਿੱਚ ਫਿਰ ਕਿਉਂਕਿ ਉਹ ਪਿੱਦੀ ਸੱਤਾ ਕੇ ਕੀ ਕੁਛ ਇਹੋ ਜਿਹੇ ਨਾ ਹੈ, ਉਹ ਤਾਂ ਕਹਿੰਦੇ ਮਜੀਠੀਆ ਸਾਹਿਬ ਦੇ ਵਿਆਹ ਦੇ ਵਿੱਚ ਵੀ ਆਏ ਸੀ, ਔਰ ਉਹ ਆ ਕੇ ਰਹਿੰਦੇ ਹੁੰਦੇ ਸੀ। ਜਿਹੜੇ ਆਹ ਡਰੱਗ ਐਕਟ ਫੜਿਆ, ਡਰੱਗ ਐਕਟ ਵਾਲੇ ਲੋਕ ਵੀ ਇਹਨਾਂ ਦੇ ਨਾਲ ਮੇਲ ਮਿਲਾਪ ਹੁੰਦਾ ਹੈ। ਇਸ ਕਰਕੇ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਅੰਦਰ ਕਾਫੀ ਸਾਰਾ ਘਸਮਾਨ ਪਿਆ ਵਾ। ਤੇ ਇਹ ਹੁਣ ਮੇਰੇ ਹਿਸਾਬ ਦੇ ਨਾਲ ਜੇ ਆਪਾਂ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਲਈ ਇਹ ਇੱਕ ਇਮਤਿਹਾਨ ਦਾ ਮਹੀਨਾ 1.5 ਮਹੀਨਾ ਹੀ ਹੈ। ਜੇ ਕੁਝ ਕਰ ਗਿਆ ਤਾਂ ਨਹੀਂ, ਉਹ ਬਸ ਇਹ ਹੈ ਨਾ ਜੀ, ਕਰਨਾ ਪੈਣਾ। ਜੇ ਤਾਂ ਦੁਬਾਰਾ ਉਹਨਾਂ ਨੇ ਇਹ ਹੈ ਵੀ ਮੁਕਾਬਲੇ 'ਚ ਆਉਣਾ ਸਰਕਾਰ ਬਣਾਉਣ ਵਾਸਤੇ, ਇੱਕ ਗੱਲ ਤਾਂ ਤੁਸੀਂ ਦੇਖ ਲਓ ਕਿ ਅਕਾਲੀ ਦਲ ਇਸ ਵੇਲੇ ਹਾਸ਼ੀਏ ਤੇ, ਕਾਂਗਰਸ ਪਾਰਟੀ ਦਾ ਹੱਥ ਉੱਪਰ ਸੀ, ਉਹ ਵੀ ਥੱਲੇ ਗਿਆ, ਪਰ ਉਹਦੇ ਨਾਲ ਜਿਹੜਾ ਹੈਗਾ ਉਹ ਬਰਾਬਰ ਆ ਗਏ, ਥੱਲੇ ਗਏ। ਤੀਜੀ ਧਿਰ ਕੋਈ ਹੈ ਨਹੀਂ। ਜੇ ਕਾਂਗਰਸ ਪਾਰਟੀ ਨੇ ਆਪਣਾ ਗ੍ਰਾਫ ਉੱਚਾ ਕਰਨਾ ਤਾਂ ਫਿਰ ਉਹਨਾਂ ਨੂੰ ਇਸ ਮਾਮਲੇ ਨੂੰ ਛੇਤੀ ਨਿਪਟਾ ਕੇ ਜਿਹੜੇ ਹੈਗੇ ਇੱਕ ਵਾਰੀ ਜਿਹੜੇ ਵੱਡੀਆਂ ਮੱਛੀਆਂ, ਉਹ ਵੱਡੀਆਂ ਮੱਛੀਆਂ ਨੂੰ ਕਾਬੂ ਕਰਨਾ ਪਊਗਾ। ਜਿਹਦਾ ਵੱਡੀਆਂ ਮੱਛੀਆਂ ਨੂੰ ਇਹ ਤਾਂ ਸਿੱਧੀ ਗੱਲ ਹੈ ਜੀ, ਲਾਸ਼ ਤਾਰ ਕੇ ਪਾਣੀ ਤੇ ਲਿਆਉਣੀ ਪੈਣੀ ਹੈ ਤਾਂ ਲਾਸ਼ ਹੀ। ਚਲੋ ਜੋ ਮਰਜ਼ੀ ਹੋਵੇ, ਘੱਟੋ ਘੱਟ ਇਹ ਤਾਂ ਹੋ ਜਾਣਾ ਵੀ ਕੁਛ ਕੀਤਾ ਹੈ, ਕੁਛ ਕਰਕੇ ਕੀਤਾ ਤਾਂ ਹੈ ਨਾ। ਇਹ ਤਾਂ ਕਾਨੂੰਨ ਦਾ ਪਤਾ ਨਹੀਂ ਕਿਹੜੇ ਪਾਸੇ ਨੂੰ ਕਿੱਧਰ ਨੂੰ ਜਾਣਾ, ਕਿੱਧਰ ਅੱਗੇ ਕਿਹੜਾ ਫਾਹੇ ਲੱਗੇ ਨਾ, ਬਾਦਲ ਕੇ ਫਾਹੇ ਲੱਗੇ ਨਾ ਕੈਪਟਨ ਲੱਗੇ। ਵੱਡਾ ਬੰਦਾ ਕਦੇ ਕੈਦ ਹੁੰਦਾ ਨਹੀਂ ਹੁੰਦਾ, ਬਹੁਤ ਮਾਮਲੇ ਆ। ਲੇਕਿਨ ਇਹ ਤਾਂ ਹੋ ਜਾਂਦਾ ਨਾ ਵੀ ਕੀ ਹੈ, ਜੇ ਹੁਣ ਰਣਜੀਤ ਸਿੰਘ ਕਮਿਸ਼ਨ ਬਣਿਆ, ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਭਾਵੇਂ ਠੀਕ ਆ ਕੋਈ ਨੁਕਸਾਨ ਨਹੀਂ ਕੀਤਾ, ਉਹਨਾਂ ਕੋਈ ਫੜਿਆ ਤਾਂ ਗਿਆ ਨਹੀਂਗਾ, ਉਹ ਤਾਂ ਕੋਰਟ ਨੇ ਚਾਰਜ ਸ਼ੀਟ ਵੀ ਰੱਦ ਕਰਤੀ, SIT ਵੀ ਰੱਦ ਕਰਤੀ। ਲੇਕਿਨ ਜਿਹੜਾ ਸਿੱਟਾ ਰਣਜੀਤ ਸਿੰਘ ਨੇ ਕੱਢਤਾ, ਲੋਕ ਕਹਿੰਦੇ ਉਂਗਲ ਇੱਧਰ ਨੂੰ ਜਾਂਦੀ ਹੈ। ਉਹ ਉਂਗਲ ਜਿਹੜੀ ਲੋਕਾਂ ਦੀ ਜਿਹੜੀ ਦੰਦ ਕਥਾ ਨਾ, ਅਸਲ ਦੇ ਵਿੱਚ ਦੰਦ ਕਥਾ ਹੁੰਦੀ ਹੈ, ਅਸਲ ਦੇ ਵਿੱਚ ਇਹ ਚੀਜ਼ ਹੁੰਦੀ ਹੈ ਜਿਹੜੀ ਲੋਕਾਂ ਦੀ ਧਾਰਨਾ ਬਣ ਜਾਏ। ਢਿੱਲੋਂ ਸਾਹਿਬ ਗੱਲ ਉਹ ਸਹੀ ਗੱਲ ਹੈ ਨਾ ਵੀ ਦੁਨਿਆਵੀ ਜਿਹੜੀ ਹੈ ਨਾ, ਤੁਸੀਂ ਠੀਕ ਹੈ ਅਦਾਲਤ ਦੇ ਵਿੱਚ ਤਾਂ ਤੁਸੀਂ ਬਰੀ ਹੋ ਗਏ ਜਿਹੜੀਆਂ ਸਰਕਾਰੀ ਅਦਾਲਤਾਂ, ਪਰ ਜਿਹੜੀ ਆ ਸਮਾਜਿਕ ਅਦਾਲਤ ਹੈ ਇਹ ਤਾਂ ਸਮਝਦੀ ਹੈ ਨਾ ਸਾਰਾ ਕੁਝ। ਬਿਲਕੁਲ ਇਹਦੇ 'ਚ ਤਾਂ ਬਰੀ ਹੋਣਾ ਬਹੁਤ ਮੁਸ਼ਕਿਲ। ਬਿਲਕੁਲ ਉਹਨੇ ਉਹ ਤਾਂ ਗਲਤੀ ਖੈਰ ਅਕਾਲੀਆਂ ਨੇ ਇਹ ਵੀ ਕਰ ਲੈਣਾ, ਜਿਹੜੀਆਂ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਪਟਾਕੇ ਚਲਾਉਣ ਲੱਗ ਪਟਾਕੇ ਜੇ ਚੁੱਪ ਕਰਕੇ ਬੈਠ ਜਾਂਦੇ ਵੀ ਇਹ ਕਿਤਾ ਮਾਮਲਾ ਹੈ, ਉਹ ਪਟਾਕੇ ਜਿਹੜੇ ਪੈਂਦੇ ਆ ਫਿਰ ਇਹ ਇਰੀਟੇਸ਼ਨ ਹੁੰਦੀ ਹੈ ਲੋਕਾਂ ਨੂੰ ਇਹਦੇ ਨਾਲ। ਕਿ ਹੁਣ ਬੜੀ ਭਾਈ ਰਣਜੀਤ ਸਿੰਘ ਦੀ ਗੱਲ ਆਉਂਦੀ ਹੈ, ਉਹ ਕਹਿੰਦਾ ਵੀ ਕਿਹਦੇ ਖਿਲਾਫ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ, ਕਿਹਦੇ ਖਿਲਾਫ ਕੀਤੀ? ਗੁਰੂ ਗ੍ਰੰਥ ਸਾਹਿਬ ਤੋਂ ਜਿੱਤ ਪ੍ਰਾਪਤ। ਤੇ ਜੇ ਗੁਰੂ ਦੇ ਖਿਲਾਫ ਕੀਤੀ ਹੈ ਤੇ ਉਹਨਾਂ ਨੇ ਫਿਰ ਲੋਕਾਂ ਦੀ ਜ਼ਮੀਰ ਨੂੰ ਝੰਜੋੜਿਆ। ਉਹ ਕਹਿੰਦੇ ਜਿਹੜੇ ਆ ਭੇਡਾਂ ਮਗਰ ਲੱਗੀਆਂ ਫਿਰਦੀਆਂ, ਭੇਡੋ ਸੋਚੋ ਕੁਛ ਕਿ ਤੁਹਾਡੇ ਗੁਰੂ ਨੂੰ ਤੁਹਾਡੇ ਬਾਪ ਦੇ ਖਿਲਾਫ ਮੁਕੱਦਮਾ, ਉਹ ਕਹਿੰਦੇ ਵੀ ਅਸੀਂ ਜਿੱਤ ਗਏ ਤੇ ਤੁਹਾਡਾ ਬਾਪ ਹਾਰ ਗਿਆ, ਤੁਹਾਡਾ ਗੁਰੂ ਕੇ ਹਾਰ ਗਿਆ, ਤੁਹਾਡਾ 11ਵਾਂ ਗੁਰੂ ਹਾਰ ਗਿਆ। ਇਹਨਾਂ ਲੋਕਾਂ ਨੂੰ ਫਿਰ ਤੁਸੀਂ ਆਪਦੇ ਲੀਡਰ ਮੰਨਦੇ ਹੋ ਬਾਈ। ਇਹ ਚੀਜ਼ ਜਿਹੜੀ ਹੁਣ ਇਸ ਗੱਲ ਦੀ ਹੈ ਕਿਉਂਕਿ ਭਾਈ ਰਣਜੀਤ ਸਿੰਘ ਕੋਈ ਸਧਾਰਨ ਵਿਅਕਤੀ ਨਹੀਂ ਨਾ, ਪੂਰਾ ਉਹਨੇ ਉਹਦੇ ਕੋਲੇ ਵੀ ਇੱਕ ਪਿਛੋਕੜ ਹੈ, ਉਹਦੇ ਕੋਲੇ ਇੱਕ ਹਿਸਟਰੀ ਹੈ, ਉਸ ਬੰਦੇ ਨੇ ਤਸ਼ੱਦਦ ਝੱਲਿਆ। ਤੇ ਢਿੱਲੋਂ ਸਾਹਿਬ ਦਿੱਲੀ ਇਹ ਸਰਕਾਰ ਦਾ ਇੱਕ ਕਹਿੰਦੇ ਨਵਾਂ ਜਿਹੜਾ
ਸੈਂਟਰ ਨੇ ਕੇਂਦਰੀ ਆਪਣੇ ਵਜ਼ਾਰਤ ਨੇ ਕਾਨੂੰਨ ਪਾਸ ਕੀਤਾ ਹੈ। ਇਹ ਕੇਜਰੀਵਾਲ ਬਾਹਲਾ ਬੋਲਦਾ ਸੀ, ਕੀ ਕਰਦਾ ਸੀ, ਸਾਰਾ ਸਿੰਘ ਵਸਾਉਂਦਾ ਸੀ, ਪਰ ਕੁਤਰੇ ਆ ਕੀ ਕੀਤਾ? ਦੇਖੋ ਗੱਲ ਇੱਕ ਇਹ ਹੈ ਕਿ ਪੰਜਾਬੀ 'ਚ ਕਹਿੰਦੇ ਹੁੰਦੇ ਆ ਹੱਥਾਂ ਨਾਲ ਦਿੱਤੀਆਂ ਤੇ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਜੀ, ਲੇਕਿਨ ਜਿਹੜੀਆਂ ਹੱਥਾਂ ਨਾਲ ਗੰਢਾਂ ਦਿੱਤੀਆਂ ਕੇਜਰੀਵਾਲ ਨੇ ਉਹ ਦੰਦਾਂ ਨਾਲ ਵੀ ਨਹੀਂ ਖੋਲਣੀਆਂ। ਕੇਜਰੀਵਾਲ ਦੇ ਬਾਰੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਸੀ ਕਿ ਜੀ ਕੇਜਰੀਵਾਲ ਬਹੁਤ ਵਧੀਆ ਬੰਦਾ ਤੇ ਬੜਾ ਸੈਕੂਲਰ ਹੈ। ਡੇ 1 ਤੋਂ ਆਪਾਂ ਇਸ ਬੰਦੇ ਦੀ ਜਿਹੜੀ ਹੈਗੀ ਹੈ ਐਨਾਲਿਸਿਸ ਕਰਦੇ ਰਹੇ ਹਾਂ ਕਿ ਇਹ ਬੰਦਾ ਕਿਹੜੇ ਪਾਸੇ ਨੂੰ ਜਾਂਦਾ। ਸ਼ੁਰੂ 'ਚੋਂ ਆਪਾਂ ਆਪਣਾ ਇਹ ਮੰਨਣਾ ਸੀ ਕਿ ਕੇਜਰੀਵਾਲ ਦੀ ਵਿਚਾਰਧਾਰਾ ਜਿਹੜੀ ਹੈਗੀ ਹੈ ਉਹ RSS ਦੇ ਕਰੀਬ ਹੈ। ਬਿਲਕੁਲ ਮੰਨੇ, ਆਪਾਂ ਕਿਹਾ ਇਹ ਆਪਾਂ ਕਿਹਾ, ਬਹੁਤ ਸਾਰੇ ਸੱਜਣ ਆਪਣੇ ਨਾਲ ਨਾਰਾਜ਼ ਵੀ ਹੋਏ ਸੀ, ਲੇਕਿਨ ਬਾਅਦ ਦੀਆਂ ਘਟਨਾਵਾਂ ਨੇ ਦੱਸ ਦਿੱਤਾ ਕਿ ਸਾਰਾ ਕੁਛ ਹੈ। ਤੁਸੀਂ ਦੇਖੋ ਕੱਲੀ ਘਟਨਾ ਦਾ ਆਪਾਂ ਜ਼ਿਕਰ ਕਰ ਸਕਦੇ ਹਾਂ ਵੀ ਜਦੋਂ ਸ਼ਾਹੀ ਇਮਾਮ ਨੇ ਇਹ ਗੱਲ ਕਹੀ ਸੀ ਜੀ ਅਸੀਂ ਸਾਰੇ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਨੂੰ ਤਿਆਰ ਹਾਂ, ਤੇ ਉਹਨੇ ਫਤਵਾ ਜਾਰੀ ਕਰਤਾ ਸੀ। ਕੇਜਰੀਵਾਲ ਨੇ ਵਿਰੋਧ ਕਰਤਾ ਸੀ ਕਿ ਮੈਂ ਤੁਹਾਡੀਆਂ ਵੋਟਾਂ ਨਹੀਂ ਲਊਂਗਾ। ਲੇਕਿਨ ਜਿਹੜੀ ਹੁਣ ਵਾਲੀ ਵਿਧਾਨ ਸਭਾ ਦੀ ਚੋਣ ਹੋਈ ਹੈ, ਇਸ ਵਿਧਾਨ ਸਭਾ ਦੀ ਚੋਣ ਵੇਲੇ ਕੇਜਰੀਵਾਲ ਨੇ ਮੁਸਲਮਾਨਾਂ ਦੀ ਵੋਟ ਮੰਗਣ ਵਾਸਤੇ ਨਹੀਂ ਸੀ ਗਿਆ ਜੀ। ਉਹਨਾਂ ਦਿਨਾਂ ਦੇ ਵਿੱਚ ਨਾਗਰਿਕਤਾ ਵਿਰੋਧੀ ਮੋਰਚਾ ਚੱਲਦਾ ਸੀ, ਸ਼ਾਹੀਨ ਬਾਗ ਦਾ ਮੋਰਚਾ ਸੀ। ਸ਼ਾਹੀਨ ਬਾਗ ਨੂੰ ਇੱਕ ਮਤਲਬ ਜਿਹੜਾ ਹੈਗਾ ਹਿੰਦੂ ਭਾਈਚਾਰੇ ਦੇ ਵਿਰੋਧ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਗਿਆ ਸੀ। ਔਰ ਉੱਥੇ ਬੀਜੇਪੀ ਦੇ ਵੱਡੇ ਲੀਡਰਾਂ ਨੇ ਕਿਹਾ ਸੀ ਕਿ ਜੇ ਇਹ ਲੋਕ ਇਹ ਬੈਠੇ ਰਹੇ ਜਾਂ ਇਹ ਜਿੱਤ ਗਏ, ਇੱਥੇ ਕੇਜਰੀਵਾਲ ਜਿੱਤ ਗਿਆ, ਤਾਂ ਫਿਰ ਤੁਸੀਂ ਇਹ ਦੇਖੋ ਕਿ ਇਹ ਲੋਕ ਤੁਹਾਡੇ ਘਰਾਂ 'ਚ ਵੜ ਕੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਨਗੇ। ਕਹਿ ਸਕਦੇ ਫਰੈਂਡਲੀ। ਹਾਂ, ਉਹ ਜਿਹੜਾ ਇਹ ਕੁਛ ਕਰਦੇ ਸੀ, ਉਹਦੇ ਬਾਵਜੂਦ ਵੀ ਕੇਜਰੀਵਾਲ ਜਾਂ ਉਹਦੀ ਪਾਰਟੀ ਵਾਲੇ ਉਧਰ ਨੂੰ ਤੁਰੇ ਨਹੀਂ ਸੀ। ਫਿਰ ਆਪਾਂ ਦੇਖੀਏ ਦਿੱਲੀ ਦੇ ਵਿੱਚ ਹਿੰਸਕ ਘਟਨਾਵਾਂ ਹੁੰਦੀਆਂ, ਉਹਨਾਂ ਹਿੰਸਕ ਘਟਨਾਵਾਂ ਪ੍ਰਤੀ ਵੀ ਕੇਜਰੀਵਾਲ ਦਾ ਨਜ਼ਰੀਆ ਜਿਹੜਾ ਹੈਗਾ ਉਹ ਉਦਾਸੀਨਤਾ ਵਾਲਾ ਸੀ। ਉਸੇ ਸਮੇਂ ਦੇ ਵਿੱਚ ਜਿਹੜਾ ਹੈਗਾ ਤਬਲੀਗੀ ਮਰਕਜ਼ ਦੇ ਵਿੱਚ ਉਹਨਾਂ ਦਾ ਇਕੱਤਰਤਾ ਹੁੰਦੀ ਹੈ, ਔਰ ਉਸ ਇਕੱਤਰਤਾ ਦੇ ਦੌਰਾਨ ਹੀ ਕਰੋਨਾ ਵਾਲਾ ਬੰਬ ਫਟ ਜਾਂਦਾ ਹੈ। ਬਿਲਕੁਲ ਜੀ। ਉਹ ਬੰਬ ਫਟਣ ਵੇਲੇ ਉਹਨਾਂ ਨੇ ਬੜੀ ਮੰਗ ਕੀਤੀ ਜੀ ਸਾਡੀ ਕੋਈ ਮਦਦ ਕਰੋ, ਅਸੀਂ ਬੰਦੇ ਆਪਣੇ ਬਾਹਰ ਕੱਢ ਲਈਏ, ਪਰ ਨਹੀਂ ਕੀਤੀ। ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਮੁਕੱਦਮੇ ਚਲਾਉਣ ਵਾਸਤੇ ਜਿਹੜੇ ਚਲਾਏ ਗਏ, ਮੁਕੱਦਮਿਆਂ ਨੂੰ ਮਨਜ਼ੂਰੀ ਵੀ ਦਿੱਤੀ ਕੇਜਰੀਵਾਲ ਦੀ ਸਰਕਾਰ ਨੇ। ਤੇ ਜੋ ਅਮਿਤ ਸ਼ਾਹ ਦੇ ਮਹਿਕਮੇ ਨੇ ਵਕੀਲਾਂ ਦੀ ਲਿਸਟ ਭੇਜਤੀ ਕਿ ਤੇ ਅੰਗੂਠੇ ਲਾ ਦਿਓ, ਦਸਤਖਤ ਕਰ ਦਿਓ, ਇਹ ਵਕੀਲ ਜਿਹੜੇ ਹੈਗੇ ਆ ਪੈਰਵੀ ਕਰਨਗੇ। ਦਿੱਲੀ ਸਰਕਾਰ ਦੇ ਆਪਦੇ ਵਕੀਲਾਂ ਦੀ ਬਜਾਏ ਕੇਂਦਰ ਸਰਕਾਰ ਦੇ ਵਕੀਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਜੀ। ਔਰ ਜਿਹੜੀ ਸਭ ਤੋਂ ਵੱਡੀ ਗੱਲ ਆਪਾਂ ਦੇਖੀਏ, ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਤੋੜੀ ਹੈ ਔਰ ਇਹ ਮਾਮਲਾ ਪਾਰਲੀਮੈਂਟ ਦੇ ਵਿੱਚ ਆਇਆ, ਤੋੜਨ ਵਾਸਤੇ ਕਾਨੂੰਨ ਪਾਰਲੀਮੈਂਟ ਦੇ ਵਿੱਚ ਆਇਆ ਸੀ ਜੀ। ਉਸ ਵੇਲੇ ਆਮ ਆਦਮੀ ਪਾਰਟੀ ਨੇ ਉਸ ਕਾਨੂੰਨ ਦੀ ਹਮਾਇਤ ਕੀਤੀ ਸੀ। ਆਮ ਆਦਮੀ ਪਾਰਟੀ ਨੇ ਵੀ ਹਮਾਇਤ ਕੀਤੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਮਾਇਤ ਕੀਤੀ ਸੀ। ਹੁਣ ਜਦੋਂ ਤੁਸੀਂ ਫੈਡਰਲ ਢਾਂਚੇ ਦਾ ਲੱਕ ਤੋੜੋਗੇ, ਜਦੋਂ ਤੁਸੀਂ ਇੱਕ ਸਮਝੌਤਾ ਜਿਹੜਾ ਕੀਤਾ ਹੋਇਆ, ਸੰਵਿਧਾਨ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਜੀ ਕਿ ਇੱਕ ਸਟੇਟ ਜਿਹੜੀ ਇੱਕ ਦੇਸ਼ ਤੁਹਾਡੇ ਨਾਲ ਆਪਣਾ ਰਲੇਵਾਂ ਕਰਦਾ ਹੈ ਤੇ ਉਸ ਰਲੇਵੇਂ ਦੇ ਇਵਜ ਦੇ ਵਿੱਚ ਤੁਸੀਂ ਉਹਨੂੰ ਕੁਝ ਰਿਆਇਤਾਂ ਦਿਓਗੇ ਜੀ। ਉਹ ਰਿਆਇਤਾਂ ਦੇ ਖਿਲਾਫ ਜਦੋਂ ਰਿਆਇਤਾਂ ਦੇਤੀਆਂ, ਕੰਸਟੀਟਿਊਸ਼ਨ ਦੇ ਵਿੱਚ ਸਾਰਾ ਕੁਛ ਉਹਦਾ ਪਾਤਾ ਤੇ ਉਹ ਤੁਸੀਂ ਕੰਸਟੀਟਿਊਸ਼ਨਲ ਅਮੈਂਡਮੈਂਟ ਕਰਦੇ ਹੋ। ਉੱਥੇ ਘੱਟੋ ਘੱਟ ਜਿਹੜੀਆਂ ਰੀਜਨਲ ਪਾਰਟੀਆਂ, ਛੋਟੀਆਂ ਪਾਰਟੀਆਂ, ਸੂਬਿਆਂ ਦੀਆਂ ਪਾਰਟੀਆਂ, ਉਹਨਾਂ ਸੂਬਿਆਂ ਦੀਆਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਸੀ ਕਿ ਅਸੀਂ ਕੀ ਕਰਦੇ ਹਾਂ। ਪਰ ਕੇਜਰੀਵਾਲ ਉਸ ਵੇਲੇ ਅਮਿਤ ਸ਼ਾਹ ਦੇ ਤੇ ਨਰਿੰਦਰ ਮੋਦੀ ਦੇ ਨਾਲ ਖੜਾ ਸੀ ਜੀ। ਹੁਣ ਕਿਉਂਕਿ ਕੇਜਰੀਵਾਲ ਫਿਰ ਇਹ ਹੋ ਗਿਆ ਕਿ ਮੇਰੇ ਨਾਲ ਤਾਂ ਸਿਆਣਾ ਕੋਈ ਨਹੀਂ। ਉਹ ਦਿੱਲੀ ਦੇ ਵਿੱਚ ਹਰ ਥਾਂ ਦੇ ਉੱਤੇ ਉਹਨਾਂ ਦਾ ਕਾਟੋ ਕਲੇਸ਼ ਹੈ। ਪਹਿਲਾ ਜਿਹੜਾ ਸੀਗਾ ਲੈਫਟੀਨੈਂਟ ਗਵਰਨਰ, ਉਹਦੇ ਨਾਲ ਵੀ ਰਹਿੰਦਾ ਸੀ, ਕਿਉਂਕਿ ਲੈਫਟੀਨੈਂਟ ਗਵਰਨਰ ਜਾਂ ਗਵਰਨਰ ਹੈ ਜਿਹੜੇ, ਇਹ ਕੇਂਦਰ ਦੇ ਨੁਮਾਇੰਦੇ ਹੁੰਦੇ। ਬਿਲਕੁਲ। ਉਹ ਜੋ ਕੁਝ ਕਰਦੇ ਆ ਕੇਂਦਰ ਕਰਦੇ, ਵਿਅਕਤੀਗਤ ਤੌਰ ਤੇ ਕੁਝ ਨਹੀਂ ਕਰ ਸਕਦੇ ਜੀ। ਬਿਲਕੁਲ। ਹਾਂ, ਉਹ ਜਿਹੜਾ ਕੁਝ ਕਰਦੇ ਸੀ, ਕੇਜਰੀਵਾਲ ਨੇ ਜਾ ਕੇ ਰਾਜ ਭਵਨ ਦੇ ਵਿੱਚ ਜਿਹੜਾ ਹੈਗਾ ਗਵਰਨਰ ਹਾਊਸ ਦੇ ਵਿੱਚ ਧਰਨਾ ਵੀ ਲਾਇਆ, ਸਾਰਾ ਕੁਝ ਕੀਤਾ, ਕਰਾਇਆ। ਮਾਮਲਾ ਸੁਪਰੀਮ ਕੋਰਟ ਤੱਕ ਗਿਆ। ਸੁਪਰੀਮ ਕੋਰਟ ਨੇ ਵੀ ਉਹਨਾਂ ਦੀਆਂ ਪਾਵਰਾਂ ਦੇ ਵਿੱਚ ਜਿਹੜੀ ਹੈ ਥੋੜੀ ਬਹੁਤੀ ਡਿਵੀਜ਼ਨ ਕਰਤੀ, ਬਖਰੇਵਾ ਕਰਤਾ ਸੀ ਜੀ ਕਿ ਤੁਹਾਡਾ ਆਏ ਤੇ ਤੁਹਾਡਾ ਆਏ। ਫਿਰ ਇਹਦੇ ਬਾਵਜੂਦ ਵੀ ਇਹਨਾਂ ਦਾ ਇੱਟ ਖੜਕਾ ਰਿਹਾ ਜੀ। ਹੁਣ ਸੁਪਰੀਮ ਕੋਰਟ ਦੇ ਫੈਸਲੇ ਨੂੰ ਬੇਅਸਰ ਕਰਨ ਵਾਸਤੇ ਉਹਨਾਂ ਨੇ ਇੱਕ ਨਵਾਂ ਕਾਨੂੰਨ ਬਣਾਤਾ। ਅੱਛਾ ਜੀ। ਉਹ ਨਵਾਂ ਕਾਨੂੰਨ ਜਿਹੜਾ ਹੈ ਜੀ ਬਣਿਆ ਤਾਂ ਕਾਫੀ ਦਿਨਾਂ ਦਾ ਹੈ। ਉਹਦੀ ਜਿਹੜੀ ਹੈਗਾ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਕੱਲ ਉਹ ਹੋਂਦ ਵਿੱਚ ਆਇਆ ਜੀ। ਤੇ ਕੱਲ ਹੋਂਦ ਵਿੱਚ ਆਉਣ ਤੋਂ ਬਾਅਦ ਉਹਦੀ ਹੁਣ ਦਿੱਲੀ ਦੇ ਵਿੱਚ ਜਿਹੜੀ ਆਪਾਂ ਜੇ ਕਹੀਏ ਵੀ ਮਿਊਨਿਸਪਲ ਕਮੇਟੀ ਜਾਂ ਨਗਰ ਨਿਗਮ, ਮਿਊਨਿਸਪਲ ਕਾਰਪੋਰੇਸ਼ਨ, ਇਹਦੇ ਮੇਅਰ ਦੀਆਂ ਪਾਵਰਾਂ ਤਾਂ ਬਹੁਤ ਹੁੰਦੀਆਂ। ਇਹ ਤਾਂ ਪਹਿਲੇ ਬੀਜੇਪੀ ਕੋਲੇ ਪ੍ਰਧਾਨ ਉੱਥੇ ਜਿਹੜੀਆਂ ਉੱਥੇ ਦੀਆਂ ਨਗਰ ਨਿਗਮਾਂ ਹੈਗੀਆਂ, ਉਹ ਵੀ ਨਗਰ ਨਿਗਮਾਂ ਇੱਕ ਕਿਸਮ ਦੀਆਂ ਖੁਦ ਮੁਖਤਿਆਰ ਸਰਕਾਰ ਹੈ। ਜਿਹੜਾ ਤੁਹਾਡਾ ਇਹਨਾਂ ਦੇ ਪੱਲੇ ਤਾਂ ਪਹਿਲਾਂ ਵੀ ਕੁਛ ਹੈ ਨਹੀਂ ਸੀ। ਜਿਹੜੀ ਤੁਹਾਡੀ ਪੁਲਿਸ ਹੈ ਉਹ ਕੇਂਦਰ ਦੇ ਮਤਹਿਤ ਹੈ।
ਇਹਨਾਂ ਦੇ ਪੱਲੇ ਕੀ ਰਹਿ ਗਿਆ ਹੁਣ? ਇਹਨਾਂ ਦੇ ਪੱਲੇ ਅੱਜ ਮੈਂ ਗੱਲ ਕਰਦਾ ਸੀ, ਮੈਂ ਕਿਸੇ ਅਫਸਰ ਨਾਲ ਕੋਲੇ ਬੈਠਾ ਸੀ ਕੱਲ, ਮੈਂ ਕਿਹਾ ਜੀ ਹੁਣ ਕੀ ਹੋਊਗਾ, ਜਦੋਂ ਕੱਲ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਹੁਣੇ ਹੋਊ, ਵੀ ਇਹ ਕੀ ਹੋ ਗਿਆ। ਮੈਂ ਕਿਹਾ ਵੀ ਕੇਜਰੀਵਾਲ ਦੀ ਫਿਰ ਭੂਮਿਕਾ ਕੀ ਹੋਊਗੀ, ਤੇ ਉਹਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਕਿਹਾ ਚੋਣ ਨਿਸ਼ਾਨ ਕੀ ਹੈ? ਝਾੜੂ। ਮੈਂ ਕਿਹਾ ਜੀ ਝਾੜੂ। ਕਹਿੰਦਾ ਫਿਰ ਝਾੜੂ ਬਰਦਾਰ ਹੀ ਹੋਣਗੇ ਦਿੱਲੀ ਦੇ। ਝਾੜੂ ਬਰਦਾਰ ਤੋਂ ਉੱਥੋਂ ਹੀ ਗੱਲ ਨਿਕਲਦੀ ਹੈ ਨਾ, ਜਿਹੜੇ ਬਹੁਤ ਸਾਰੇ ਬੰਦੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਚਿਹਰਾ ਕੌਣ ਹੋ। ਉਹ ਆਮ ਤੌਰ ਤੇ ਸਿਮਰਜੀਤ ਸਿੰਘ ਮਾਨ ਹੋਰੀ ਕਹਿੰਦੇ ਹੁੰਦੇ ਸੀ ਜੀ ਜਦੋਂ ਕਦੇ ਕਦੇ ਆਉਂਦਾ ਵੀ ਸੁਖਬੀਰ ਸਿੰਘ ਬਾਦਲ ਨੂੰ ਚੀਫ ਮਿਨਿਸਟਰ ਕਦੋਂ ਬਣਾਉਣਗੇ ਬਾਦਲ ਸਾਹਿਬ, ਤੇ ਮਾਨ ਸਾਹਿਬ ਨੇ ਬਠਿੰਡੇ ਮੀਡੀਆ ਨੂੰ ਕਿਹਾ ਸੀ ਕਿ ਨਹੀਂ ਬਣਾਉਂਦੇ। ਤੇ ਆਪਾਂ ਪੁੱਛ ਲਿਆ ਵੀ ਕਿਉਂ ਨਹੀਂ ਬਣਾਉਂਦੇ, ਪੁੱਤ ਹੈ ਜੀ, ਪੁੱਤ ਤੋਂ ਬਗੈਰ ਕਿਹਨੂੰ ਬਣਾਊਗਾ। ਤੇ ਉਹਨੇ ਇੱਕੋ ਹੀ ਗੱਲ ਕਹੀ ਸੀ, ਕਹਿੰਦਾ ਇੱਕ ਤਾਂ ਖੁਰਕ ਕਰਨ ਦਾ ਆਪ ਨੂੰ ਨਜ਼ਾਰਾ ਆਉਂਦਾ। ਜਿਵੇਂ ਬਾਗੜੀ ਕਹਿੰਦੇ ਨਾ ਕਿ ਰਾਜ ਔਰ ਖਾਜ ਖੁਦ ਹੀ ਕਿਉਂ ਮਜ਼ੋ ਆਵੇ, ਬਸ ਇਹ ਆਪ ਨੂੰ ਕਹਿੰਦਾ ਨਜ਼ਾਰਾ ਆਉਂਦਾ ਹੈ। ਉਹ ਹੁਣ ਜਿਹੜਾ ਰਾਜ ਕਰਨ ਦਾ ਨਜ਼ਾਰਾ ਹੈ, ਕਿਉਂਕਿ ਉੱਥੇ ਤਾਂ ਮਿਊਨਿਸਪੈਲਿਟੀ ਵਾਲੀ ਗੱਲ ਹੈ, ਪਰ ਵੈਸੇ ਪੰਜਾਬ ਜਿਹੜਾ ਫੁੱਲ ਫਲੈਜਡ ਸਟੇਟ ਹੈ ਜੀ। 2017 ਵੇਲੇ ਵੀ ਰੱਫੜ ਇਹੀ ਪਿਆ ਸੀ, ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਜੀ। ਹੁਣ ਉਹ ਰੱਫੜ ਜਿਹੜਾ ਪਿਆ ਸੀ, ਉਸੇ ਰੱਫੜ ਕਰਕੇ ਇੱਧਰ ਨੂੰ ਆਉਂਦੇ, ਇਸੇ ਕਰਕੇ ਜਿਹੜੇ ਸੁਖਪਾਲ ਸਿੰਘ ਖਹਿਰਾ ਵਰਗੇ ਕਹਿੰਦੇ ਸੀ ਖੁਦ ਮੁਖਤਿਆਰੀ ਦਿਓ। ਪੰਜਾਬ ਦੀ ਪਾਰਟੀ ਨੂੰ ਖੁਦ ਮੁਖਤਿਆਰੀ ਕਿੱਥੋਂ ਮਿਲਦੀ ਹੈ, ਕਿਉਂਕਿ ਖੁਦ ਮੁਖਤਿਆਰ ਨਿਗਾਹ ਤਾਂ ਇੱਥੇ ਹੈ। ਇਸ ਕਰਕੇ ਬੜਾ ਕੁਛ ਆ। ਤਾਂ ਜੀ ਜਿਹੜੀਆਂ ਗੰਢਾਂ ਹੁਣ ਦਿੱਤੀਆਂ ਦਾਨੇਵਾਲੀਆ ਸਾਹਿਬ, ਉਹ ਮੂੰਹ ਨਾਲ ਹੀ, ਮੇਰਾ ਤਾਂ ਖਿਆਲ ਮੂੰਹ ਨਾਲ ਵੀ ਨਹੀਂ ਖੁੱਲਣੀਆਂ, ਕਿਉਂਕਿ ਅਮੈਂਡਮੈਂਟ ਉਹਨਾਂ ਨੇ ਕਰਤੀ। ਜੇ ਇੱਕ ਵਾਰੀ ਕਰਤੀ ਨਵੀਂ ਸਰਕਾਰ, ਹਰੇਕ ਸਰਕਾਰ ਹੀ ਕਹੂਗੀ ਕੋਈ ਕਲੇਸ਼ੀ ਫੇਰ ਪੈਦਾ ਹੋ ਜੀ। ਕੇਂਦਰ ਤਾਂ ਇਹੀ ਚਾਹੂਗੀ, ਕਿਉਂਕਿ ਪਹਿਲਾਂ ਵੀ ਆਪਾਂ ਦੇਖੀਏ ਤਾਂ ਪਹਿਲਾਂ ਵਿਧਾਨ ਸਭਾ ਹੁੰਦੀ ਨਹੀਂ ਸੀ ਜੀ ਬਿਲਕੁਲ। ਪਹਿਲਾਂ ਵੀ ਲੈਫਟੀਨੈਂਟ ਗਵਰਨਰ ਹੁੰਦਾ ਸੀ, ਔਰ ਇਹ ਡਿਮਾਂਡ ਬੀਜੇਪੀ ਵੀ ਕਰਦੀ ਸੀ ਕਾਂਗਰਸ ਪਾਰਟੀ ਵੇਲੇ ਕਿ ਇਹਨੂੰ ਇੱਕ ਸੂਬੇ ਦਾ ਰੁਤਬਾ ਦਿੱਤਾ ਜਾਵੇ। ਬੀਜੇਪੀ ਵੀ ਇਹ ਡਿਮਾਂਡ ਕਰਦੀ ਹੁੰਦੀ ਸੀ, ਤੇ ਹੁਣ ਕਾਂਗਰਸ ਵੀ ਕਰਦੀ ਸੀ ਵੀ ਫੁੱਲ ਫਲਾਈਟ ਸੂਬੇ ਦਾ ਰੁਤਬਾ ਦਿੱਤਾ ਜਾਵੇ ਜੀ। ਪਰ ਉਹਨਾਂ ਨੇ ਸਥਿਤੀ ਉੱਥੇ ਕਰ ਦਿੱਤੀ ਕਿ ਵਿਧਾਨ ਸਭਾ ਰਹੂਗੀ, ਪਰ ਵਿਧਾਨ ਸਭਾ ਦੀ ਹੈਸੀਅਤ ਕੋਈ ਨਹੀਂ ਹੋਣੀ, ਪਾਵਰਾਂ ਸਾਰੀਆਂ LG ਕੋਲੇ ਹੋਊਗੀ। ਅੱਛਾ ਢਿੱਲੋਂ ਸਾਹਿਬ, ਮੈਂ ਥੋੜ੍ਹੀ ਜਿਹੀ ਗੱਲ ਪੰਜਾਬ ਦੀ ਇੱਕ ਵਾਰੀ ਹੋਰ ਕਰ ਲਾਂ। ਇੱਥੇ ਬਠਿੰਡੇ ਮੇਅਰ ਦੀ ਚੋਣ ਹੋਈ ਤੇ ਉਸ ਤੋਂ ਬਾਅਦ ਜਸ਼ਨ ਮਨਾਇਆ ਗਿਆ। ਅਕਾਲੀਆਂ ਨੇ ਬੜੀਆਂ ਪ੍ਰੈਸ ਕਾਨਫਰੰਸ ਕੀਤੀਆਂ, ਪ੍ਰੋਟੋਕਾਲ ਤੋੜਤਾ, ਫਲਾਨਾ ਹੋ ਗਿਆ, ਧਮਕਾ ਹੋ ਗਿਆ, ਪਰਚੇ ਹੋ ਗਏ। ਕੱਲ੍ਹ ਕਹਿੰਦੇ ਬਾਦਲ ਵੀ ਪੂਰਾ ਇਕੱਠ ਕੀਤਾ, ਕਾਂਗਰਸੀ ਨੇ ਰੌਲਾ ਪਾਇਆ, ਉੱਥੇ ਹੀ ਪਰਚਾ ਹੋ ਗਿਆ। ਹਾਂਜੀ, ਪਰਚਾ ਉੱਥੇ ਹੋਇਆ, ਇੱਥੇ ਤਾਂ ਸਮਝ ਲਓ ਵੀ ਇਹ ਕਹਿੰਦੇ ਵੀ ਲੱਗਾ ਰਿਹਾ ਵੀ ਪਰਚਾ ਕਰੋ, ਪਰਚਾ ਉੱਥੇ ਵੀ ਹੋ ਗਿਆ। ਕੀ ਕਹੋਗੇ ਵੀ ਹੋ ਕੀ ਰਿਹਾ? ਇੱਕ ਦੂਜੇ ਤੇ ਬਿਆਨਬਾਜ਼ੀ ਵੀ ਦੇ ਰਹੇ ਤੇ ਹਟ ਕੋਈ ਨਹੀਂ ਰਿਹਾ ਕਰੋਨਾ ਦੇ। ਨਹੀਂ ਦੇਖੋ, ਗੱਲ ਇਹ ਕਹਿਣਾ ਜਿਹੜੀ ਰਾਜਨੀਤਿਕ ਜਮਾਤ ਹੈ, ਰਾਜਨੀਤਿਕ ਜਮਾਤ ਨੂੰ ਜੇ ਆਪਾਂ ਕਹੀਏ ਤਾਂ ਮੈਂ ਇਹ ਕਹੂੰਗਾ ਕਿ ਮਾਤਮ ਤੇ ਰਾਜਨੀਤੀ ਹੋ ਰਹੀ ਹੈ ਜੀ। ਮਾਤਮ ਤੇ ਰਾਜਨੀਤੀ ਹੋ ਰਹੀ ਹੈ, ਠੀਕ ਹੈ। ਡੈਡ ਬਾਡੀ ਨਹੀਂ ਦਿਖਦੀ, ਡੈਡ ਬਾਡੀ ਨਹੀਂ, ਲੋਕਲ ਬਾਡੀ ਦਿਖਦੀ ਹੈ। ਲੋਕਲ ਬਾਡੀ ਦਿਖਦੀ ਹੈ, ਕਿਉਂਕਿ ਸਟੇਟਾਂ ਵੀ ਲੋਕਲ ਬਾਡੀ ਵਰਗੀਆਂ। ਇੱਥੇ ਹੁਣ ਇਹ ਹੈ ਕਿ ਜੇ ਆਪਾਂ ਪੰਜਾਬ ਦੇ ਕਾਂਗਰਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜ਼ੋਰ ਇਸ ਕਰਕੇ ਲੱਗਿਆ ਕਿ 2017 'ਚ ਸਰਕਾਰ ਮਿਲ ਗਈ ਸੀ ਤੇ 22 ਦੇ ਵਿੱਚ ਵੀ ਅਸੀਂ ਕਬਜ਼ਾ ਨਹੀਂ ਛੱਡਣਾ। ਸੁਖਬੀਰ ਸਿੰਘ ਬਾਦਲ ਹੋਰੀ 10 ਸਾਲ ਰਾਜ ਕਰਕੇ ਜੀ, ਤੇ ਸੁਖਬੀਰ ਸਿੰਘ ਬਾਦਲ ਤੇ ਉਹਦੇ ਸੰਗੀ ਸਾਥੀ ਆ, ਉਹ ਕਹਿੰਦੇ ਜੀ ਜ਼ੋਰ ਲਾ ਲਓ ਜਿਹੜਾ ਮਰਜ਼ੀ ਲਾਉਣਾ, ਅਸੀਂ 2022 'ਚ ਤੁਹਾਥੋਂ ਕਬਜ਼ਾ ਲੈ ਲੈਣਾ। ਉਸ ਕਬਜ਼ੇ ਦੇ ਵਿੱਚੋਂ ਸਾਰੀਆਂ ਗੱਲਾਂ ਨਿਕਲਦੀਆਂ, ਬਿਆਨਬਾਜ਼ੀ ਵੀ ਨਿਕਲਦੀ ਹੈ, ਬਿਆਨਬਾਜ਼ੀ ਵੀ ਨਿਕਲਦੀ ਹੈ, ਬੜਾ ਕੁਛ ਹੁੰਦਾ ਜੀ। ਮੇਰਾ ਖਿਆਲ ਹੈ ਵੀ ਇਹ ਇੱਕ ਐਕਸਰਸਾਈਜ਼ ਹੈ ਜਿਹਨੂੰ ਆਪਾਂ ਕਹਿ ਸਕਦੇ ਹੁੰਦੇ ਆ, ਜਿਹੜੀ ਉਹ ਮਸ਼ਕਾਂ ਕਰਦੇ 2022 ਵਾਸਤੇ। ਵੈਸੇ ਤੁਹਾਡੀ ਯਾਦ ਹੋਣਾ ਇੱਕ ਮਾਨਹਾਨੀ ਦਾ ਕੇਸ ਵੀ ਕਹਿੰਦੇ ਪਾਇਆ ਸੀ ਜੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ। ਅੱਛਾ ਜੀ, ਬਠਿੰਡੇ 'ਚ ਸਾਰਿਆਂ ਦੇ ਖਿਲਾਫ ਵੀ ਜੀ ਤਾਂ ਬੜੇ ਬਦਨਾਮ ਕਰਦੇ ਆ। ਮੇਰਾ ਖਿਆਲ ਹੈ ਵੀ ਜੋ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹ ਕੇਸ ਦਾ ਅੱਗੇ ਕੀ ਬਣਿਆ ਕਹਿੰਦੇ ਫੇਰ ਨਹੀਂ ਸੁਣੀ ਵੀ ਉਹਦੀ ਪੇਚੀ ਹੋਈ ਹੈ ਕਿ ਨਹੀਂ ਹੋਈ। ਮੇਰਾ ਖਿਆਲ ਜਾਂ ਤਾਂ ਲਾਕਡਾਊਨ ਕਰਕੇ ਵਿੱਚ ਪਈ ਵੀ ਹੈ ਜੀ। ਪਰ ਇਹਦੇ ਨਾਲ ਹੀ ਤੁਸੀਂ ਹੋਰ ਦੇਖੋ ਕਿ ਮੇਅਰ ਦੇ ਮਾਮਲੇ ਦੇ ਉੱਤੇ ਕਾਂਗਰਸ ਪਾਰਟੀ ਦੇ ਵਿੱਚ ਅੰਦਰ ਵੀ ਕਾਟੋ ਕਲੇ ਸੀ। ਤੇ ਕੱਲ ਸ਼ਾਮੀ ਇੱਕ ਹੋਰ ਹੀ ਪਤਾ ਲੱਗਿਆ ਜੀ, ਕੱਲ ਕਹਿੰਦੇ ਵੀ ਜਿਹੜੀ ਮੈਡਮ ਬੀਬੀ ਹੈ ਮੇਅਰ, ਉਹ ਮੇਅਰ ਦੀ ਥਾਂ ਤੇ ਉਹਦੇ ਘਰ ਵਾਲਿਆਂ ਨੇ ਜਾ ਕੇ ਦਫ਼ਤਰ ਲਾ ਲਿਆ। ਅੱਛਾ ਜੀ, ਤੇ ਉਹਨੂੰ ਜਿਹੜੇ ਹੈਗੇ ਸਲਾਮਾਂ ਵੱਜਣ ਲੱਗ ਗਈਆਂ ਜੀ। ਉਹ ਆ ਕੇ ਉੱਥੇ ਬੁੱਕੇ ਵੀ ਦਿੱਤੇ ਜਾ ਰਹੇ ਤੇ ਸਾਰਾ ਕੁਛ। ਕਹਿੰਦਾ ਕੁਰਸੀ ਤੇ ਵੀ ਮੈਂ ਬਹਿ ਗਿਆ ਜੀ। ਉਹ ਬੈਠਣ ਤੋਂ ਬਾਅਦ ਉਹ ਮਤਲਬ ਟੇਕ ਓਵਰ ਵੀ ਕਰ ਰਿਹਾ। ਐਂ ਲੱਗਦਾ ਜਿਵੇਂ ਕੋਈ ਆਰਡਰ ਆਪ ਲਿਖੀ ਜਾਂਦਾ ਹੁੰਦਾ। ਸਾਹਮਣੇ ਇੱਕ ਬਾਬੂ ਜੀ ਖੜੇ ਹੈ, ਬਾਬੂ ਜੀ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਤੇ ਬਾਬੂ ਜੀ ਲਿਖ ਰਹੇ ਹੈ। ਉਹ ਤਸਵੀਰਾਂ ਜਿਹੜੀਆਂ ਹੈਗੀਆਂ ਪਤਾ ਨਹੀਂ ਕਿਸ ਤਰ੍ਹਾਂ ਵਾਇਰਲ ਹੋ ਗਈਆਂ, ਆ ਗਈ ਮੇਰੇ ਕੋਲ ਵੀ ਉਹ ਤਸਵੀਰਾਂ ਆ ਗਈਆਂ। ਇਹ ਬੜਾ ਕੁਛ ਹੈਗਾ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ 'ਚ। ਕੀ ਮੈਨੂੰ ਤਾਂ ਇਹ ਹੈ ਕਿ ਜਿਹੜੀ ਸਾਡੀ ਰਾਜਨੀਤਿਕ ਜਮਾਤ ਹੈ, ਇਹ ਰਾਜਨੀਤਿਕ ਜਮਾਤ ਨਹੀਂ ਠੇਠਰ ਹੋ ਗਈ ਕਿ ਇੱਕ ਉਸ ਵੇਲੇ ਜਦੋਂ ਕਰੋਨਾ ਵਰਗੀ ਮਹਾਮਾਰੀ ਜਿਹੜੀ ਹੈ ਇਹ ਸਾਰੇ ਦੇਸ਼ ਨੂੰ ਨਹੀਂ ਦੁਨੀਆ ਨੂੰ ਆਪਦੀ ਲਪੇਟ ਵਿੱਚ ਲਿਆ ਹੋਇਆ। ਇਹ ਸਮਾਂ ਉਹ ਹੈ ਜਦੋਂ ਸਾਨੂੰ ਘਰਾਂ 'ਚ ਬੈਠਣਾ ਚਾਹੀਦਾ। ਜੇ ਆਪਾਂ ਚਲੋ ਦੇਖੀਏ, ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਕਰੋਨਾ ਨੂੰ ਫੇਸ ਕਰਕੇ ਹਟੇ। ਬੀਬੀ ਹਰਸਿਮਰਤ ਕੌਰ ਬਾਦਲ ਤੇ ਵੀ ਕਹਿਰ ਪੈ ਚੁੱਕਾ ਹੈ। ਵੱਡੇ ਬਾਦਲ ਸਾਹਿਬ ਨੂੰ ਬਚਾਉਣ ਵਾਸਤੇ ਵੀ ਬੜਾ ਜ਼ੋਰ ਲੱਗਿਆ ਜਾ ਰਿਹਾ।
ਇਹਨਾਂ ਦਾ ਆਪਣਾ ਜਿਹੜਾ ਹੈਗਾ ਜਿਹੜਾ ਅੰਦਰਲਾ ਦਾਇਰਾ ਹੈ ਰਸੋਈਏ ਤੱਕ ਜਿਹੜੇ ਸਾਰੇ ਉਹ ਹੋ ਚੁੱਕੇ ਆ, ਪੀੜਤ ਹੋ ਚੁੱਕੇ ਆ ਕਰੋਨੇ ਤੋਂ। ਹੁਣ ਘੱਟੋ ਘੱਟ ਇਹ ਸੋਚਣਾ ਚਾਹੀਦਾ ਕਿ ਤੁਸੀਂ ਇਕੱਠ ਕਰ ਦਿਓ ਘਰ ਦੇ ਵਿੱਚ, ਐਡੇ ਵੱਡੇ ਵੱਡੇ ਇਕੱਠ ਨਹੀਂ ਕਰਨੇ ਚਾਹੀਦੇ। ਇਹੀ ਚੀਜ਼ ਜੇ ਆਪਾਂ ਬਠਿੰਡੇ ਦੇਖੀਏ, ਬਠਿੰਡੇ ਦੇ ਵਿੱਚ ਖੁਸ਼ੀ ਕਾਹਦੀ ਹੈ ਜੀ, ਖੁਸ਼ੀ ਮਨਾਉਣੀ ਹੈ, ਤੁਸੀਂ ਚਾਹ ਦਾ ਕੱਪ ਪੀ ਲਓ, ਜੋ ਮਰਜ਼ੀ ਕਰ ਲਓ। ਹਾਂ, ਜਦੋਂ ਕਰੋਨਾ ਪ੍ਰੋਟੋਕੋਲ ਜਾਰੀ ਹੋ ਚੁੱਕਾ ਹੈ ਉਹ ਤੋਂ ਬਾਅਦ ਤੁਸੀਂ ਜੇ ਹੁਣ ਸਮਝ ਲਓ ਵੀ ਵੱਡੇ ਵੱਡੇ ਜਿਹੜੇ ਜ਼ਿੰਮੇਵਾਰ ਬੰਦੇ ਆ, ਰੂਲਿੰਗ ਪਾਰਟੀ ਦੇ ਬੰਦੇ ਜੀ, ਰੂਲਿੰਗ ਪਾਰਟੀ ਦੇ ਬੰਦੇ ਉਹਦੀ ਉਲੰਘਣਾ ਕਰਨਗੇ ਤਾਂ ਆਮ ਲੋਕ ਕਿਉਂ ਨਹੀਂ ਕਰਨਗੇ? ਮਤਲਬ ਇਹ ਬੜਾ ਇਹਨਾਂ ਜਿਹੜਾ ਜੀ ਇਹ ਜਿਹੜੀ ਹੈ ਲਾਸ਼ਾਂ ਦੇ ਉੱਤੇ ਜਿਹੜੀਆਂ ਮੈਂ ਕਹੂੰਗਾ ਵੀ ਮਾਤਮ ਦੇ ਉੱਤੇ ਜਿਹੜੀ ਹੈ ਨਾ ਇਹ ਜਸ਼ਨ ਮਨਾਏ ਜਾ ਰਹੇ ਜੀ। ਬਿਲਕੁਲ ਹੀ। ਤੇ ਹੁਣ ਆਈਏ, ਕਹਿੰਦੇ ਆਪਾਂ ਗੱਲ ਕੀਤੀ ਮਾਤਮ ਤੇ ਜਸ਼ਨ ਮਨਾਏ ਜਾ ਰਹੇ ਆ, ਪਰ ਤੁਸ਼ਾਰ ਮਹਿਤਾ ਜੀ ਤਾਂ ਆਪਦੀਆਂ ਹੋਰ ਹੀ ਬਿਆਨਬਾਜ਼ੀਆਂ 'ਚ ਬੜੇ ਫੇਰ ਕੰਡ ਕਹਿੰਦੇ ਜੀ ਕਿ ਦਿੱਲੀ ਸਰਕਾਰ ਤਾਂ ਇੱਕ ਨਖਰੇ ਵਾਲੀ ਗਰਲਫਰੈਂਡ ਹੈ। ਦੇਖੋ ਗੱਲ ਇਹ ਹੈ ਵੀ ਕਈ ਵਾਰੀ ਨਾ ਬੰਦੇ ਜਿਹੜੇ ਹੁੰਦੇ ਛੋਟੇ ਬਹੁਤ ਬੰਦੇ ਹੁੰਦੇ ਤੇ ਵੱਡੇ ਅਹੁਦਿਆਂ ਤੇ ਪਹੁੰਚ ਜਾਂਦੇ ਜੀ। ਤੁਸ਼ਾਰ ਮਹਿਤਾ ਸਾਹਿਬ ਨੂੰ ਜੇ ਆਪਾਂ ਦੇਖੀਏ ਤਾਂ ਤੁਸ਼ਾਰ ਮਹਿਤਾ ਸਾਹਿਬ ਗੁਜਰਾਤ ਦੇ ਇੱਕ ਸਧਾਰਨ ਜਿਹੇ ਵਕੀਲ ਸੀ। ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਿਮ ਕਤਲੇਆਮ ਹੋਇਆ ਉਸ ਵੇਲੇ ਇਹ ਵਕੀਲ ਹੁੰਦੇ ਸੀ, ਪੈਰਵੀ ਕਰਦੇ ਹੁੰਦੇ ਸੀ ਭਾਰਤੀ ਜਨਤਾ ਪਾਰਟੀ ਦੀ ਜੀ, ਔਰ ਅਮਿਤ ਸ਼ਾਹ ਹੋਰਾਂ ਦੇ ਕੇਸਾਂ ਦੀ ਸਾਰੀ ਜਿਹੜੀ ਹੈਗੀ ਭੱਜ ਦੌੜ ਇਹੀ ਕਰਦੇ ਹੁੰਦੇ ਸੀ। ਸਰਕਾਰ ਬਣ ਗਈ 2014 'ਚ ਜੀ। 14 ਦੇ ਵਿੱਚ ਜਿਹੜੇ ਹੈਗੇ ਭਰੋਸੇਮੰਦ ਜਿਹੜੇ ਅਹੁਦੇ ਹੈ, ਜਿਹੜੇ ਅਹਿਮ ਅਹੁਦੇ ਆ, ਅਹਿਮ ਅਹੁਦਿਆਂ ਦੇ ਉੱਤੇ ਆਪਣੇ ਭਰੋਸੇਮੰਦ ਬੰਦੇ ਲਿਆਂਦੇ ਜੀ। ਤੁਸ਼ਾਰ ਮਹਿਤਾ ਵੀ ਉਹਨਾਂ ਦੇ ਵਿੱਚੋਂ ਇੱਕ ਆ ਗਿਆ। ਹੁਣ ਤੁਸ਼ਾਰ ਮਹਿਤਾ ਹੈ ਸੋਲਿਸਿਟਰ ਜਨਰਲ ਜੀ। ਸੋਲਿਸਿਟਰ ਜਨਰਲ ਬਹੁਤ ਵੱਡਾ ਅਹੁਦਾ ਹੈ, ਪਰ ਜੇ ਆਪਾਂ ਦੇਖੀਏ ਵੀ ਜਿਹੜੇ ਉਹਦੇ ਚੱਜ ਆਚਾਰ ਹੈ ਜੀ ਜਾਂ ਲੱਛਣ ਜੇ ਕਹੀਏ ਆਪਾਂ ਜਿਵੇਂ ਠੇਠ ਪੰਜਾਬੀ 'ਚ ਲੱਛਣ ਉਹਦੇ ਸੋਲਿਸਿਟਰ ਜਨਰਲ ਹੈ ਨਹੀਂ ਗੇ, ਨਾ ਉਹ ਨਹੀਂ ਹੈ। ਹੁਣ ਹੋਇਆ ਕੀ ਕਿ ਦਿੱਲੀ ਦੀ ਹਾਈ ਕੋਰਟ ਝਈਆਂ ਲਾਲਾ ਪੈਂਦੀ ਹੈ ਕੇਂਦਰ ਸਰਕਾਰ ਨੂੰ ਹਾਂਜੀ ਕਰੋਨਾ ਦੇ ਮਾਮਲੇ ਦੇ ਵਿੱਚ ਸਫਲ ਹੋਣ ਤੇ। ਕੱਲ ਤਾਂ ਤੁਸੀਂ ਦੇਖਿਓ ਨਾ ਅੱਜ ਲੱਗਿਆ ਹੋਇਆ ਦਿੱਲੀ ਦੀ ਸਰਕਾਰ ਨੇ ਕੱਲ ਇਹ ਕਹਿਤਾ ਕਿ ਤੁਸੀਂ ਆਕਸੀਜਨ ਦਾ ਪ੍ਰਬੰਧ ਨਹੀਂ ਕਰ ਸਕਦੇ। ਇਉਂ ਲੱਗਦਾ ਜਿਵੇਂ ਕਹਿੰਦੇ ਕੇਂਦਰ ਸਰਕਾਰ ਇਹ ਚਾਹੁੰਦੀ ਹੈ ਕਿ ਲੋਕ ਮਰਨ। ਬਹੁਤ ਵੱਡੀ ਗੱਲ ਕਹਿ ਦਿੱਤੀ ਕੋਈ ਹਾਈ ਕੋਰਟ ਕਹਿੰਦੇ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਲੋਕ ਮਰਨ। ਤੇ ਜੇ ਹਾਈ ਕੋਰਟ ਨੂੰ ਇਹ ਗੱਲ ਕਹਿਣੀ ਪਈ ਉਹ ਇਸ ਕਰਕੇ ਕਹਿਣੀ ਪਈ ਕਿਉਂਕਿ ਉਹ ਪੋਟਾ ਦੁਖੀ ਹੈ ਜੀ। ਲੋਕਾਂ ਦੀਆਂ ਲਾਸ਼ਾਂ ਦਿਖਦੀਆਂ ਦਿੱਲੀ ਦੇ ਵਿੱਚ, ਬੁਰਾ ਹਾਲ। ਲੋਕ ਫਿਰ ਸਿੱਧੇ ਕੋਰਟ ਕੰਨੀ ਝਾਕਦੇ, ਉਹ ਕਹਿੰਦੇ ਹੋਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ। ਤੀਜਾ ਪੌੜਾ ਹੈ ਜੇ ਆਪਾਂ ਕਹੀਏ ਡੈਮੋਕ੍ਰੇਸੀ ਦਾ, ਤੇ ਉਹਨਾਂ ਨੇ ਆਪਣੀ ਭੂਮਿਕਾ ਤਾਂ ਨਿਭਾਉਣੀ। ਉੱਥੇ ਤੁਸ਼ਾਰ ਮਹਿਤਾ ਸਾਹਿਬ ਨੂੰ ਜਦੋਂ ਗੱਲ ਕੀਤੀ ਕਰਾਈ ਵੀ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਜੱਜ ਸਾਹਿਬਾਨ ਨੇ। ਕੇਂਦਰ ਸਰਕਾਰ ਤੋਂ ਵੀ ਜਵਾਬ ਮੰਗ ਲਿਆ ਤੇ ਦਿੱਲੀ ਸਰਕਾਰ ਤੋਂ ਵੀ ਮੰਗ ਲਿਆ। ਦਿੱਲੀ ਸਰਕਾਰ ਨੇ ਕਹਿਤਾ ਜੀ ਅਸੀਂ ਕਰੀਏ ਕੀ, ਸਾਨੂੰ ਜਿਹੜੀ ਸਪਲਾਈ ਦੇਣੀ ਹੈ ਆਕਸੀਜਨ ਦੀ ਤਾਂ ਕੇਂਦਰ ਨੇ ਦੇਣੀ ਹੈ, ਉਹ ਸਰਕਾਰੀ ਖੇਤਰ 'ਚ ਵੀ ਦੇਣੀ ਹੈ ਤੇ ਪ੍ਰਾਈਵੇਟ ਖੇਤਰ 'ਚ ਵੀ ਦੇਣੀ ਹੈ। ਔਰ ਪ੍ਰਾਈਵੇਟ ਖੇਤਰ ਦੀ ਤਾਂ ਹਾਲ ਤੁਸੀਂ ਇਹ ਦੇਖੋ ਕਿ ਯੂਪੀ ਦੇ ਵਿੱਚ ਜਿਹੜੇ ਆਮ ਤੌਰ ਦੇ ਉੱਤੇ ਜਿੰਨੇ ਵੀ ਹਸਪਤਾਲ ਆ ਆਪਣੇ ਵੀ ਇੱਥੇ ਲਾ ਦਿੰਦੇ ਕਿ ਜਦੋਂ ਆਕਸੀਜਨ ਨਾ ਹੋਵੇ ਉਹ ਲਿਖ ਕੇ ਲਾ ਦਿੰਦੇ ਬਾਹਰ ਆਕਸੀਜਨ ਹੈ ਨਹੀਂ ਭਾਈ, ਅਸੀਂ ਕਰੋਨਾ ਮਰੀਜ਼ ਨੂੰ ਜਿਹੜਾ ਹੈਗਾ ਦਾਖਲ ਨਹੀਂ ਕਰਾਂਗੇ। ਉਹ ਕਹੋ ਕਿ ਬੰਦੇ ਨੂੰ ਲਾਹੋਗੇ, ਲਾ ਕੇ ਉਹਨੂੰ ਰੱਖੋਗੇ, ਕੀ ਕਰੋਗੇ, ਟਾਈਮ ਬਰਬਾਦ ਹੋਊਗਾ। ਯੂਪੀ ਦੇ ਵਿੱਚ ਇਹ ਗੱਲ ਕਰਤੀ ਕਿ ਜੇ ਇਹੋ ਜਿਹੀ ਕੋਈ ਗੱਲ ਹੋ ਗਈ ਤਾਂ ਉਹਦੇ ਖਿਲਾਫ ਕਾਰਵਾਈ ਹੋਊ। ਇੱਕ ਵਿਅਕਤੀ ਨੇ ਇੱਕ ਟਵੀਟ ਕਰਤਾ ਕੀਤਾ ਕਿ ਇਹਨੂੰ ਜੀ ਸੋਨੂ ਸੂਦ ਨੂੰ ਕਹਿੰਦਾ ਕਿ ਮੇਰਾ ਸਾਡਾ ਨਾਨਾ ਬਿਮਾਰ ਹੈ ਤੇ ਨਾਨੇ ਲਈ ਆਕਸੀਜਨ ਚਾਹੀਦੀ ਹੈ, ਕਿਰਪਾ ਕਰਕੇ ਆਕਸੀਜਨ ਦਾ ਪ੍ਰਬੰਧ ਕਰ ਦਿਓ। ਪੁਲਿਸ ਨੇ ਕੇਸ ਦਰਜ ਕਰ ਲਿਆ ਵੀ ਉਹਦਾ ਨਾਨਾ ਨਹੀਂ ਬਿਮਾਰ, ਉਹਦੇ ਦੋਸਤ ਦਾ ਨਾਨਾ ਬਿਮਾਰ ਸੀ। ਦੱਸ ਫੇਰ ਕੀ ਹੋ ਗਿਆ? ਤੇ ਉਹਨੂੰ ਕਹਿੰਦੇ ਕਰੋਨਾ ਤਾਂ ਹੈ ਹੀ ਨਹੀਂ ਸੀ। ਕਰੋਨਾ ਨਾ ਹੋਵੇ, ਉਹਨੇ ਲਿਖਿਆ ਹੀ ਨਹੀਂ, ਉਹਨੇ ਲਿਖਿਆ ਹੀ ਨਹੀਂ ਕਰੋਨਾ, ਉਹਨਾਂ ਨੇ ਕਰੋਨਾ। ਤੇ ਉਹ ਬੰਦੇ ਦੇ ਖਿਲਾਫ ਜੀ ਦੇਸ਼ ਧਰੋਹੀ ਦਾ ਪਰਚਾ ਦਿੱਤਾ। ਲੈ ਦੱਸੋ, ਨੈਸ਼ਨਲ ਸਿਕਿਉਰਿਟੀ ਐਕਟ ਲਾਤਾ ਉਹਦੇ ਖਿਲਾਫ। ਅੱਛਾ, ਉਹ ਤਾਂ ਚਲੋ ਮੀਡੀਆ ਦੇ ਕੋਲੇ ਗੱਲ ਆ ਗਈ। ਆਰਫਾ ਖਾਨਮ ਸ਼ੇਰਵਾਨੀ, ਆਪਣਾ ਅਵਿਸ਼ਾਰ ਸ਼ਰਮਾ, ਜਿਹੜੇ ਵੱਡੇ ਜਿਹੜੇ ਮੀਡੀਆ ਦੀਆਂ ਉਹ ਪਰਸਨੈਲਿਟੀਜ਼ ਜਿਹੜੀਆਂ ਹਲਾਉਂਦੀਆਂ ਧਰਤੀ ਨੂੰ ਹਲਾਉਂਦੀਆਂ, ਉਹਨਾਂ ਨੇ ਜਦੋਂ ਉਹਦਾ ਕੀਤਾ ਕਰਾਇਆ ਮਸਾ ਵਿਚਾਰਾ ਉਹ ਜੇਲ੍ਹ ਜਾਂਦਾ ਬੱਚਾ, ਨਹੀਂ ਤਾਂ ਉਹ ਜੇਲ੍ਹ ਤੁੰਨਤਾ ਸੀ। ਸੋ ਇਹੀ ਚੀਜ਼ ਤੁਸ਼ਾਰ ਮਹਿਤਾ ਨੇ ਜਿਹੜੀ ਗੱਲ ਕਿਉਂਕਿ ਲਗਾਤਾਰ ਉੱਥੇ ਡਿਬੇਟ ਚੱਲਦੀ ਹੈ, ਜਦੋਂ ਸਵਾਲ ਆ ਗਏ ਤੇ ਉਹਨਾਂ ਨੇ ਦਿੱਲੀ ਵਾਲਿਆਂ ਨੇ ਕਿਹਾ ਸਾਡੇ ਬੱਸ ਦਾ ਰੋਗ ਹੀ ਨਹੀਂ। ਤੇ ਤੁਸ਼ਾਰ ਮਹਿਤਾ ਕਹਿੰਦਾ ਜੀ ਇਹ ਦਿੱਲੀ ਜਿਹੜੀ ਹੈ ਨਾ, ਦਿੱਲੀ ਸਰਕਾਰ ਇਹ ਤਾਂ ਕਹਿੰਦੇ ਗਰਲਫਰੈਂਡ ਨੂੰ ਕਹਿੰਦੀ ਨਾ, ਮਤਲਬ ਜਿਹੜੀ ਹੈਗੀ ਨਖਰੇ ਕਰਦੀ ਹੈ। ਅੱਛਾ, ਗਰਲਫਰੈਂਡ ਦੇ ਨਖਰੇ ਕਰਦੀ ਹੈ। ਕਹਿੰਦਾ ਕਦੇ ਕੋਈ ਚੀਜ਼ ਕਹਿ ਦੂ, ਕਦੇ ਕਿਵੇਂ ਰੁੱਸ ਜੂ, ਕਹਿੰਦੇ ਰੋਂਦੂ ਜੀ ਹੈਗੀ ਹੈ, ਮਾੜੀ ਜੀ ਗੱਲ ਮੂੰਹ ਟੇਢਾ ਜਿਹਾ ਕਰ ਲਿਆ ਜਿਵੇਂ ਗਰਲਫਰੈਂਡ ਕਰ ਲੈਂਦੀ ਹੁੰਦੀ ਉਵੇਂ ਜਿਵੇਂ ਕਰ ਲੈਂਦੀ। ਇਹ ਗੱਲ ਜਦੋਂ ਆਈ ਤੇ ਇਹਦਾ ਨੋਟਿਸ ਬਹੁਤ ਵੱਡੇ ਪੱਧਰ ਦੇ ਉੱਤੇ ਲਿਆ ਗਿਆ। ਕਈ ਜਿਹੜੀਆਂ ਹੈਗੀਆਂ ਔਰਤਾਂ ਦੀਆਂ ਆਰਗੇਨਾਈਜੇਸ਼ਨ ਉਹਨਾਂ ਨੇ ਨੋਟਿਸ ਲਿਆ। ਉਹਨਾਂ ਨੇ ਕਿਹਾ ਕਿ ਔਰਤ ਜਿਹੜੀ ਆ ਮਾਂ ਵੀ ਹੈ, ਔਰਤ ਭੈਣ ਵੀ ਹੈ ਜੀ, ਔਰਤ ਪਤਨੀ ਵੀ ਹੈ। ਇਹਦਾ ਮਤਲਬ ਹੈ ਕਿ ਜੋ ਗੁਨਾਹ ਕਰਦੀ ਹੈ ਉਹ ਸਾਰਾ ਔਰਤ ਹੀ ਕਰਦੀ ਹੈ, ਮਰਦ ਕੋਈ ਗੁਨਾਹ ਹੀ ਨਹੀਂ ਕਰਦਾ ਜੀ।
ਕਿ ਮਰਦ ਜਿਹੜਾ ਹੈਗਾ ਉਹ ਆਪਣੇ ਪਰਿਵਾਰ ਤੋਂ ਬਾਹਰ ਜਾ ਕੇ ਕਿਸੇ ਕਿਸਮ ਦੀ ਆਚਰਣਹੀਨਤਾ ਨਹੀਂ ਕਰਦਾ। ਹਰ ਮਾਮਲੇ ਦੇ ਵਿੱਚ ਤੁਸੀਂ ਔਰਤ ਨੂੰ ਕਿਵੇਂ ਦੋਸ਼ੀ ਠਹਿਰਾ ਦਿੰਦੇ ਹੋ ਜੀ। ਇਹਦੇ ਤੇ ਕਿ ਇਹ ਔਰਤ ਦੀ ਕਿਸਮ ਦੀ ਖਿੱਲੀ ਉਡਾਈ ਹੈ। ਤੇ ਜੇ ਆਪਾਂ ਦੇਖੀਏ ਵੈਸੇ ਧਰਮ ਗ੍ਰੰਥਾਂ ਨੂੰ ਪੜ੍ਹੀਏ, ਹਰ ਧਾਰਮਿਕ ਗ੍ਰੰਥ ਦੇ ਵਿੱਚ, ਧਾਰਮਿਕ ਗ੍ਰੰਥਾਂ ਦੇ ਵਿੱਚ ਔਰਤ ਨੂੰ ਵਡਿਆਇਆ ਗਿਆ। ਜੀ ਜੀ। ਪਰ ਜੇ ਸਭ ਤੋਂ ਆਪਾਂ ਪ੍ਰਮਾਣਿਤ ਜਿਹੜਾ ਮੰਨਿਆ ਗਿਆ ਧਰਮ ਗ੍ਰੰਥ ਜਿਹਦੀ ਵੀ ਸਤਿਕਾਰ ਸਾਰੀ ਦੁਨੀਆ ਦੇ ਵਿੱਚ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਪਹਿਲੇ ਗੁਰੂ ਸਾਹਿਬ ਜੀ ਬਾਬਾ ਨਾਨਕ ਜੀ ਦਾ ਕਹਿੰਦੇ ਵੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਠੀਕ ਹੈ। ਔਰਤ ਨੂੰ ਕਿੱਡਾ ਵੱਡਾ ਮਨ, ਅੱਧੀ ਆਬਾਦੀ ਹੈ, ਅੱਧੀ ਆਬਾਦੀ ਪ੍ਰਤੀ ਮਤਲਬ ਤੁਸੀਂ ਦੇਖੋ ਇੱਕ ਸੋਲਿਸਟਰ ਜਨਰਲ ਦਾ ਇਹ ਨਜ਼ਰੀਆ ਹੋਵੇ, ਉਹ ਕਹਿ ਦੇਵੇ ਉਹਨੂੰ ਉਹਦੀ ਜਿਹੜੀ ਤਫਸੀਰ ਕਰਨ ਦੀ ਕੀ ਲੋੜ ਸੀ, ਔਰਤਾਂ ਦਾ ਨਖਰਾ ਪਰਖਣ ਦੀ ਉਹਨੂੰ ਕੀ ਲੋੜ ਸੀ। ਇੱਥੋਂ ਮਤਲਬ ਉਹਨੇ ਆਪਣੀ ਔਕਾਤ ਦਿਖਾ ਦਿੱਤੀ ਕਿ ਕਿੰਨੇ ਪਾਣੀ 'ਚ ਬੰਦਾ। ਮੈਂ ਇਸੇ ਕਰਕੇ ਗਿਆ ਕਿ ਕਈ ਵਾਰੀ ਨਾ ਬੰਦੇ ਬੜੇ ਛੋਟੂ ਹੁੰਦੇ ਹੈ ਪਰ ਉਹ ਵੱਡੇ ਰੁਤਬੇ ਹਾਸਲ ਕਰ ਲੈਂਦੇ, ਫਿਰ ਉਦੋਂ ਰੁਤਬਾ ਹਾਸਲ ਕਰਨ ਨਾਲ ਬੰਦਾ ਵੱਡਾ ਨਹੀਂ ਹੁੰਦਾ। ਦਿਮਾਗ ਪੈਸੇ ਦੇ ਨਾਲ ਬੰਦਾ ਕਦੇ ਅਮੀਰ ਨਹੀਂ ਹੁੰਦਾ। ਅਮੀਰੀ ਤੁਹਾਡੀ ਇਸ ਗੱਲ ਦੇ ਵਿੱਚ ਹੈ ਕਿ ਤੁਹਾਡੇ ਵਿਚਾਰ ਕਿੰਨੇ ਇੱਕ ਅਮੀਰ ਹੈ, ਤੁਹਾਡਾ ਕਰੈਕਟਰ ਕਿੱਡਾ ਕੁ ਹੈ ਉਸ ਗੱਲ ਦੇ ਉੱਤੇ। ਤੇ ਦਾਨੇਵਾਲੀਆ ਸਾਹਿਬ ਜਿਹੜਾ ਫਿਰ ਆਖਰੀ ਸਥਾਨ ਹੈ ਉਹ ਤਾਂ ਉਹੀ 2.5-3 ਗਜ ਦਾ ਥਾਂ ਹੀ ਹੈ। ਹਰ ਇੱਕ ਬੰਦੇ ਨੇ ਜਾਣਾ ਉੱਥੇ ਨਹੀਂ ਕੋਈ ਪੁੱਛਦਾ ਵੀ ਉੱਥੇ ਵੀ ਕਿੱਡਾ ਵੱਡਾ ਦੇ ਕੌਣ ਹੈ, ਉਹੀ ਬਣ ਲੱਕੜਾ ਹੈ, ਉਹੀ ਬਣ ਲੱਕੜਾ ਉੱਥੇ ਹੀ। ਹੁਣ ਤਾਂ ਹਾਲਤ ਇਹ ਬਣੀ ਵੀ ਹੈ ਜਿਹੜੇ ਦੌਰ ਚੋਂ ਅਸੀਂ ਗੁਜ਼ਰ ਰਹੇ ਹਾਂ, ਇਕੱਠੀਆਂ ਪਾ ਕੇ ਕਰਨੇ ਪੈ ਰਹੇ, ਇਕੱਠੀਆਂ ਪਾ ਰਹੇ ਜੇ ਆਪਦੇ ਘਰ ਦੇ ਤੁਹਾਡੇ ਨੇੜੇ ਨਹੀਂ ਖੜਦੇ, ਉਹ ਵੀ ਦੂਰ ਹੋ ਜਾਂਦੇ ਜੀ। ਤੇ ਢਿੱਲੋਂ ਸਾਹਿਬ ਜਿਵੇਂ ਘਰ ਦੇ ਦੂਰ ਹੋ ਜਾਂਦੇ, ਇੱਥੇ ਇੱਕ ਬਜ਼ੁਰਗ ਨੇ ਕਹਿੰਦੇ ਇੱਕ ਨੌਜਵਾਨ ਨੂੰ ਮੰਜਾ ਦੇ ਕੇ, ਲੋਕ ਤੁਸੀਂ ਘਰ ਦੇ ਦੂਰ ਹੋ ਜਾਂਦੇ, ਇੱਥੇ ਬਗਾਨੇ ਆਪਣੇ ਹੋ ਰਹੇ ਨੇ। ਇਹ ਕਿਆ ਦੌਰ ਹੈ, ਕਿਆ ਦੌਰ ਹੈ? ਦੇਖੋ ਤਸਵੀਰਾਂ ਬੜੀਆਂ ਆ ਰਹੀਆਂ ਨੇ ਦੁਨੀਆ ਦੀਆਂ। ਦੇਖੋ ਜੀ, ਇਸ ਬਜ਼ੁਰਗ ਦੀ ਉਮਰ ਹੈ 85 ਸਾਲ ਤੇ ਨਾ ਇਹਦਾ ਨਰੈਣ ਭਾਊ ਅਰਾਬ ਦਵਾਟ ਕਰ ਕੁਛ ਨਾ ਹੀ ਹੋ ਜਾਏ। ਹਾਂ, ਇਹ ਨਾ ਹੀ ਇਹੋ ਜਿਹਾ, ਇਹ ਤੁਹਾਡੇ ਮਰਾਠਾ ਹੈ ਜੀ। ਇਹ ਨਾਗਪੁਰ ਦੀ ਕਹਾਣੀ ਹੈ। ਉੱਥੇ ਇਹ ਬਜ਼ੁਰਗ ਬਿਮਾਰ ਸੀ ਤੇ ਪੀੜਤ ਵੀ ਕਰੋਨਾ ਤੋਂ ਸੀ ਜੀ। ਇਹਦੀ ਧੀ ਔਰ ਜਵਾਈ ਨੇ ਇਹਨੂੰ ਐਡਮਿਟ ਕਰਾਤਾ, ਹਸਪਤਾਲ ਦੇ ਵਿੱਚ ਲਿਜਾ ਕੇ ਐਡਮਿਟ ਕਰਵਾਤਾ। ਉਹਨਾਂ ਨੇ ਸੇਵਾ ਕਰਨੀ ਸ਼ੁਰੂ ਕੀਤੀ। ਸ਼ਾਇਦ ਮੇਰੇ ਖਿਆਲ ਪੁੱਤਰ ਨਹੀਂ ਹੋਣਾ, ਇਸੇ ਕਰਕੇ ਧੀ ਤੇ ਜਵਾਈ ਨੇ ਬਜ਼ੁਰਗ ਪਿਆ ਹੈ ਉੱਥੇ। ਇੱਕ ਬੀਬੀ ਜਿਹੜੀ ਹੈਗੀ ਹੈ 40 ਸਾਲ ਦੀ ਜੀ, ਉਹ ਭਟਕਦੀ ਫਿਰਦੀ ਹੈ ਜੇ ਕੋਈ ਬੈੱਡ ਮਿਲ ਜੇ, ਹੈ ਜੇ ਕੋਈ ਬੈੱਡ ਮਿਲ ਜੇ, ਮੇਰਾ ਪਤੀ ਬਚ ਰਵੇ, ਮੇਰਾ ਪਤੀ ਬਚ ਰਵੇ। ਉਹ ਬਾਬੇ ਨੇ ਦੇਖਿਆ ਉਸ ਬੀਬੀ ਕਨੀ, ਜਵਾਨ ਬੀਬੀ ਹੈ ਜੀ, ਪਰ ਘਰ ਵਾਲੇ ਦੀ ਉਮਰ ਵੀ ਇੰਨੀ ਕੀ ਹੋਣੀ ਹੈ, ਇਹਨਾਂ ਦੇ ਬੱਚੇ ਵੀ ਹੋਣਗੇ ਜੀ। ਸ਼ਾਇਦ ਉਹਨੇ ਪੁੱਛ ਵੀ ਲਿਆ ਹੋਵੇ ਭਾਈ ਕਿੰਨੇ ਬੱਚੇ, ਉਹਨੇ ਦੱਸਤਾ ਵੀ ਛੋਟੇ ਛੋਟੇ 2 ਜੋ ਵੀ ਬੱਚੇ ਹੋਣਗੇ। ਬਾਬੇ ਨੇ ਨਾਲ ਦੀ ਨਾਲ ਹੀ ਬੁਲਾਇਆ ਆਪਦੀ ਧੀ ਨੂੰ ਤੇ ਜਵਾਈ ਨੂੰ, ਕਹਿੰਦਾ ਮੇਰੀ ਉਮਰ 85 ਸਾਲ ਹੋ ਗਈ ਜੀ, ਜ਼ਿੰਦਗੀ ਮੈਂ ਬਹੁਤ ਜਿਉਣੀ, ਕੀ ਕਰਨਾ, ਮੈਨੂੰ ਤੁਸੀਂ ਡਿਸਚਾਰਜ ਕਰਾਓ ਤੇ ਘਰੇ ਲੈ ਜਾਓ ਜੀ। ਆਹ ਬੈੱਡ ਜਿਹੜਾ ਹੈਗਾ ਇਹਨੂੰ ਦੇ ਦਿਓ, ਇਸ ਬੀਬੀ ਦੇ ਘਰ ਵਾਲੇ ਨੂੰ ਦੇ ਦਿਓ ਜੀ। ਉਹ ਇਹਦੀ ਖਾਤਰ ਨਹੀਂ ਦੇਣਾ, ਉਹ ਇਹਦੇ ਹਸਬੈਂਡ ਦੀ ਖਾਤਰ ਨਹੀਂ ਦੇਣਾ। ਜੇ ਛੋਟੇ ਬੱਚੇ ਹੈ ਉਹਨਾਂ ਦੀ ਖਾਤਰ, ਉਹ ਬੱਚੇ ਰੋਲ ਜਾਣਗੇ। ਮਤਲਬ ਤੁਸੀਂ ਦੇਖੋ, ਇਹਨੂੰ ਕਹਿੰਦੇ ਆ ਮਨੁੱਖਤਾ ਵੀ ਜਦੋਂ ਆਪਦੇ ਬੰਦੇ ਵੀ ਦੂਰ ਹੋ ਜਾਂਦੇ ਆ। ਇੱਕ 85 ਸਾਲ ਦੇ ਬਜ਼ੁਰਗ ਨੇ ਜੀ, ਚਲੋ ਉਹਦੇ ਬੱਚਿਆਂ ਨੇ ਵੀ ਕਿਹਾ ਵੀ ਚਲੋ ਤੁਹਾਡੀ ਭਾਵਨਾ ਹੈਗੀ ਹੈ ਜੀ, ਠੀਕ ਹੈ ਠੀਕ ਹੈ। ਉਹਨਾਂ ਨੇ ਜੀ ਮਤਲਬ ਉਹਨੂੰ ਉਹ ਬੈੱਡ ਖਾਲੀ ਕਰਵਾਤਾ। ਉਹ ਬੈੱਡ ਮਤਲਬ ਜਿਹੜਾ ਹੈ ਉਹਨੇ ਕਹਿ ਵੀ ਦਿੱਤਾ ਭਾਈ ਹੁਣ ਇਹ ਬੀਬੀ ਨੂੰ ਲਾਏ ਦੇ ਹਸਬੈਂਡ ਨੂੰ ਅਲਾਟ ਕਰਦੇ, ਉੱਥੇ ਕਰਤਾ। ਹੁਣ ਉਹ ਬੰਦੇ ਦੀ ਤੇ ਜਾਨ ਤਾਂ ਗਈ ਜੀ ਬਚ, ਤੇ ਬਾਬਾ ਤੀਜੇ ਦਿਨ ਮਗਰੋਂ ਆਪਦੇ ਕਰ ਗਿਆ ਤੇ ਪਰਲੋਕ ਸੁਧਾਰ ਗਿਆ। ਮਤਲਬ ਇਹਨੂੰ ਅਸੀਂ ਕਹਾਂਗੇ ਪੋਜ਼ਿਟਿਵਿਟੀ ਜੀ। ਪੋਜ਼ਿਟਿਵ ਖਬਰ ਜਿਹੜੀ ਹੈਗੀ ਹੈ, ਇਹ ਸਾਨੂੰ ਸਿੱਖਣਾ ਹੁਣ ਇਸ ਗੱਲ ਤੋਂ ਚਾਹੀਦਾ। ਬਿਲਕੁਲ। ਉਹ ਸ਼ੰਟੀ ਸਾਹਿਬ, ਜਤਿੰਦਰ ਸ਼ੰਟੀ, ਦੇਖੋ ਕਿੰਨੀਆਂ ਵਿਚਾਰਾ ਪਿਛਲੀ ਵਾਰੀ ਪਿਓ ਪੁੱਤ ਸਾਰਾ ਟੱਬਰ ਕਰੋਨਾ ਪੀੜਤ ਹੋ ਗਿਆ ਸੀ, ਤੇ ਹੁਣ ਦੇਖੋ ਉਹਦੀ ਤਸਵੀਰ ਬੜੀ ਆਈ ਹੈ ਜੀ। ਸਾਰੇ ਪਾਸੇ ਸ਼ਿਕਾਵਾਂ ਚੱਲ ਰਹੀਆਂ, ਕੱਲਾ ਸ਼ਿਕਾਵਾਂ ਦੇ ਵਿਚਾਲੇ ਖੜਾ। ਬਿਲਕੁਲ ਬਿਲਕੁਲ ਬਿਲਕੁਲ, ਆਹੀ ਤਾਂ ਚੀਜ਼ ਹੈ ਨਾ, ਇਹੀ ਤਾਂ ਚੀਜ਼ ਹੈ ਵੀ ਮਤਲਬ ਹੈ ਵੀ ਬੰਦਾ ਆਪਣੇ ਆਪ ਨੂੰ ਕਿੰਨਾ ਮਤਲਬ ਜਿਹੜਾ ਹੈਗਾ ਉਹ ਸਮਰਪਣ ਕਰਨਾ ਮਨੁੱਖਤਾ ਦੇ ਲਈ। ਦੇਖੋ ਕਈ ਨੁਕਤੇ ਕਰਨ ਵਾਲੇ ਵੀ ਕਰ ਦਿੰਦੇ ਆ। ਮੁਸਲਮਾਨਾਂ ਨੂੰ ਕਿੰਨਾ, ਹੁਣ ਜਿਹੜੇ ਮੁਸਲਿਮ ਦੇਸ਼ਾਂ ਤੋਂ ਆਕਸੀਜਨ ਆ ਰਹੀਆਂ, ਹੋਰ ਆ ਰਹੀਆਂ, ਕਿ ਉਹਨੇ ਪੁੱਛ ਕੇ ਨੱਕਾਂ ਨੂੰ ਲਾਉਣਗੇ ਵੀ ਕਿਹੜੇ ਦੇਸ਼ ਦੀਆਂ? ਨਾ, ਇਹ ਤਾਂ ਜਦੋਂ ਬਲੱਡ ਚੜ੍ਹਨੇ, ਜਿਹੜਾ ਪਲਾਜ਼ਮਾ ਚੜ੍ਹਦਾ ਹੈ, ਉਹ ਪਲਾਜ਼ਮਾ ਪਿਛਲੀ ਵਾਰੀ ਦੇਖ ਲਓ ਉਹਨਾਂ ਨੇ ਪਲਾਜ਼ਮਾ ਦਿੱਤਾ ਹੀ ਆਪਣੇ ਤਬਲੀਗੀ ਜਮਾਤ ਵਾਲਿਆਂ ਨੇ। ਉਦੋਂ ਲਵਾਏ ਤੇ ਉਦੋਂ ਤਾਂ ਕਿਸੇ ਨੇ ਨਹੀਂ ਕਿਹਾ ਮੁਸਲਮਾਨਾਂ ਦਾ ਅਸੀਂ ਪਲਾਜ਼ਮਾ ਨਹੀਂ ਲਵਾਉਂਦੇ। ਉਹ ਤਾਂ ਹਰ ਇੱਕ ਨੇ ਕਿਹਾ ਲਓ ਜੀ, ਲਾ ਦਿਓ ਪਲਾਜ਼ਮਾ, ਲਾਓ, ਛੇਤੀ ਜਾਨ ਬਚਾਓ। ਇਹੀ ਤਾਂ ਚੀਜ਼ ਹੈ ਨਾ, ਧਰਮ ਮਗਰੋਂ ਬਣਦਾ ਹੈ ਜੀ। ਜਦੋਂ ਬੰਦਾ ਪੈਦਾ ਹੁੰਦਾ, ਬੰਦਾ ਇੱਕ ਮਨੁੱਖ ਦੇ ਰੂਪ ਵਿੱਚ ਪੈਦਾ ਹੁੰਦਾ ਹੈ। ਉਹ ਤੋਂ ਬਾਅਦ ਉਹ ਕਿਹੜੇ ਘਰ ਦੇ ਵਿੱਚ ਪੈਦਾ ਹੁੰਦਾ ਹੈ, ਬਾਅਦ ਦੇ ਵਿੱਚ ਬੰਦਾ ਕਿਹੜਾ ਧਰਮ ਅਡਾਪਟ ਕਰਦਾ ਹੈ, ਤੁਹਾਡੀ ਆਪਣੀ ਮਰਜ਼ੀ ਹੈ। ਲੇਕਿਨ ਜਿਵੇਂ ਬੰਦਾ ਪੈਦਾ ਹੁੰਦਾ, ਉਹ ਇੱਕ ਮਨੁੱਖ ਦੇ ਰੂਪ ਵਿੱਚ ਪੈਦਾ ਹੁੰਦਾ। ਪਰ ਢਿੱਲੋਂ ਸਾਹਿਬ ਐਤਕੀ ਇੱਕ ਬੜੀ ਇੰਟਰਸਟਿੰਗ ਚੀਜ਼ ਸਾਹਮਣੇ ਆ ਰਹੀ ਹੈ। ਦੇਖੋ ਪਿਛਲੀ ਵਾਰੀ ਕਿੰਨੀ, ਜਦੋਂ ਕਰੋਨਾ ਆਇਆ, ਕਿੰਨੀ
ਅਲਰਟ ਸੀ। ਥੋੜ੍ਹਾ ਜਿਹਾ ਹੋ ਜਾਂਦਾ ਬੰਦੇ ਨੂੰ ਘਰੋਂ ਚੱਕ ਕੇ ਲੈ ਜਾਂਦੇ, ਉਹਨੂੰ ਆਈਸੋਲੇਸ਼ਨ ਵਾਰਡ 'ਚ ਪਾਉਂਦੇ, ਉੱਥੇ ਹੀ ਰੋਟੀ ਚਾਹ ਪਾਣੀ ਦਿੰਦੇ, ਕਿਸੇ ਨੂੰ ਮਿਲ ਨਹੀਂ ਦਿੰਦੇ ਸੀ। ਹੋਰ ਐਤਕੀ ਉਹ ਚੀਜ਼ ਬਿਲਕੁਲ ਦੇਖਣ ਨੂੰ ਨਹੀਂ ਮਿਲੀ। ਘਰਾਂ 'ਚ ਹੀ ਆਈਸੋਲੇਸ਼ਨ ਹੈ, ਸਾਰਾ ਕੁਛ ਲੋਕਾਂ ਨੂੰ ਇਸ ਤਰ੍ਹਾਂ ਛੱਡ ਦਿੱਤਾ ਆਪਣੇ ਆਪ 'ਤੇ। ਜਿਵੇਂ ਗੱਲ ਕਰੀਏ, ਇਹ ਵੀ ਬੜੀ ਹੈਰਾਨੀ ਜਿਹੀ ਗੱਲ ਹੋ ਰਹੀ ਹੈ ਕਿ ਇੱਕ ਢੰਗ ਦੇ ਨਾਲ ਇਹ ਹੋ ਕੀ ਰਿਹਾ। ਇਹੀ ਤਾਂ ਚੀਜ਼ ਹੈ ਨਾ ਜੀ, ਜਿਹੜੀ ਕੱਲ WTO ਦੇ ਯੂਨਾਈਟਿਡ ਨੇਸ਼ਨ ਦੇ ਜਿਹੜੇ ਸੈਕਟਰੀ ਜਨਰਲ ਹੈ ਜੀ, ਉਹਨਾਂ ਦੇ ਤਰਜਮਾਨ ਨੇ ਵੀ ਇਹੀ ਗੱਲ ਕਹੀ ਕਿ ਭਾਰਤ ਦੀ ਜਿਹੜੀ ਇਹ ਦੁਰਦਸ਼ਾ ਹੋਈ ਹੈ, ਇਹ ਦੁਰਦਸ਼ਾ ਹੋਣ ਦਾ ਵੱਡਾ ਕਾਰਨ ਇਹ ਕਿ ਭਾਰਤ ਦੀ ਸਰਕਾਰ ਨੇ ਆਪਣੇ ਆਪ ਨੂੰ ਓਵਰ ਐਸਟੀਮੇਟ ਕਰਕੇ ਕਿ ਜੀ ਸਾਡੀ ਤਾਂ ਜਿਹੜੀ ਪ੍ਰਣਾਲੀ ਹੈ ਬੜੀ ਮਜ਼ਬੂਤ, ਬਹੁਤ ਮਜ਼ਬੂਤ ਆ। ਕਹਿੰਦੇ ਕਰੋਨਾ ਤੋਂ ਅਸੀਂ ਪਿਛਲੀ ਤੋਂ ਸਿੱਖ ਲਿਆ। ਮੋਦੀ ਸਾਹਿਬ ਦੇ ਇੱਕ ਬਾਈਟ ਵੀ ਚੱਲੀ ਭੱਜੀ। ਉਹ ਤਾਂ ਉਹਨਾਂ ਨੇ ਕਹਿਤਾ ਜੀ ਅਸੀਂ ਤਾਲੀਆਂ ਤੇ ਜਿਹੜੇ ਦੀਵੇ ਜਗਾ ਕੇ ਤੇ ਸਾਰਾ ਕੁਝ ਕਰਕੇ ਅਸੀਂ ਕਹਿੰਦੇ ਲੋਕਾਂ ਦਾ ਜਿਹੜਾ ਮੋਰਲ ਹੈ ਨਾ ਬੂਸਟ ਕਰਤਾ ਕਿ ਸਾਨੂੰ ਲੋੜ ਹੀ ਕਿਸੇ ਦੀ ਨਹੀਂ। UN ਸਿਕਿਉਰਿਟੀ ਕਾਉਂਸਲ ਜਿਹੜੀ ਜਿਹਨੂੰ ਆਪਾਂ ਕਹਿੰਦੇ ਆਪਣਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਹੈ, UN ਨੂੰ ਕਹਿ ਦਿੰਦੇ ਆ, ਵੈਸੇ ਯੂਨਾਈਟਿਡ ਨੇਸ਼ਨਸ ਹੈ। ਯੂਨਾਈਟਿਡ ਨੇਸ਼ਨਸ ਵਾਲਿਆਂ ਨੇ ਜਦੋਂ ਪੇਸ਼ਕਸ਼ ਕੀਤੀ ਹੈ ਕਿ ਭਾਈ ਅਸੀਂ ਮਦਦ ਕਰਨ ਨੂੰ ਤਿਆਰ ਹਾਂ ਤੁਹਾਡੀ, ਤੇ ਇਹਨਾਂ ਨੇ ਰਿਫਿਊਜ਼ ਜਵਾਬ ਦਿੱਤਾ। ਪਾਕਿਸਤਾਨ ਤੋਂ ਆਕਸੀਜਨ ਨੂੰ ਜਵਾਬ ਦਿੱਤਾ, ਉਹਨਾਂ ਨੂੰ ਆਕਸੀਜਨ ਤੋਂ, ਪਾਕਿਸਤਾਨ ਨੂੰ ਆਕਸੀਜਨ ਤੋਂ ਜਵਾਬ ਦਿੱਤਾ, ਤੇ ਉਹਨਾਂ ਦੀ ਅਸੀਂ ਜਿਹੜੀ ਹੈਗੀ ਹੈ ਰੂਸ ਵਾਲਿਆਂ ਦੀਆਂ ਮਿੰਨਤਾਂ ਕੱਢੀ ਜਾਂਦਾ। ਭੂਟਾਨ ਦੇ ਰਿਹਾ, ਦੱਸੋ ਭੂਟਾਨ ਦੇ ਰਿਹਾ। ਤੁਸੀਂ ਆਪਾਂ ਕਹਿ ਦਿੰਦੇ ਕਿ ਛੋਟਾ ਬੰਦਾ ਕੀ ਮਦਦ ਕਰ ਦੂ, ਮੈਂ ਕਹਿੰਦਾ ਛੋਟਾ ਵੱਧ ਬੰਦਾ ਕਰਦਾ। ਤੁਸੀਂ ਦਾਨੀਵਾਲੀਆ ਸਾਹਿਬ, ਮੇਰਾ ਤਜਰਬਾ, ਮੈਂ ਜਿੰਨਾ ਲੋਕਾਂ 'ਚ ਕੰਮ ਕਰਦਾ ਰਿਹਾ ਮੂਵਮੈਂਟ ਦੇ ਵਿੱਚ ਹੁੰਦਿਆਂ ਹੋਇਆ, ਲੈਫਟ ਮੂਵਮੈਂਟ ਦੇ ਵਿੱਚ ਹੁੰਦਿਆਂ ਹੋਇਆ, ਅਸੀਂ ਜਦੋਂ ਗੱਲ ਕਰਦੇ ਰਹੇ ਹਾਂ ਔਰ ਗਰੀਬ ਘਰਾਂ 'ਚ ਜਾਂਦੇ, ਵਿਹੜਿਆਂ 'ਚ ਜਾਂਦੇ, ਉਹ ਬੜੇ ਚਾਅ ਦੇ ਨਾਲ ਘਿਓ ਵੀ ਪਾਉਂਦੇ ਦਾਲ ਦੇ ਵਿੱਚ ਵੀ ਅੱਜ ਯਾਰ ਸਾਡੇ ਘਰੇ ਜੱਟਾਂ ਦਾ ਮੁੰਡਾ ਆਇਆ ਸੀ, ਇਹਨੂੰ ਰੋਟੀ ਖਵਾਉਣੀ ਹੈ। ਇੰਨੀ ਇੱਜ਼ਤ, ਜਿਹੜਾ ਇੱਜ਼ਤ ਮਾਨ ਸਤਿਕਾਰ ਤੁਹਾਨੂੰ ਆਪ ਤੋਂ ਛੋਟੇ 'ਚ ਮਿਲਦਾ, ਬਾਹਰ ਨਹੀਂ ਮਿਲਦਾ। ਵੱਡੇ ਤਾਂ ਕਹਿੰਦਾ 20 ਬੁਲਾ ਕੇ ਤੁਰੇ ਫਿਰਦੇ। ਹਮੇਸ਼ਾ ਜਿਹੜਾ ਹੈਗਾ ਛੋਟਾ ਬੰਦਾ, ਜਿਹਨੂੰ ਅਸੀਂ ਛੋਟਾ ਕਹਿੰਦੇ, ਉਹ ਛੋਟਾ ਨਹੀਂ ਹੁੰਦਾ, ਬੰਦਾ ਵੱਡਾ ਹੀ ਹੁੰਦਾ। ਬਿਲਕੁਲ ਉਹ ਅਮੀਰ, ਉਹ ਦਿਲ ਦਾ ਅਮੀਰ ਹੁੰਦਾ ਹੈ, ਪਰ ਉਹ ਪੈਸੇ 'ਚ ਅਮੀਰ ਨਹੀਂ ਹੁੰਦਾ। ਜਿਹੜਾ ਬੰਦਾ ਦਿਲ ਦਾ ਅਮੀਰ ਹੁੰਦਾ ਨਾ, ਦਿਲ ਦਾ ਅਮੀਰ ਆਪਣਾ ਸਾਰਾ ਕੁਝ ਤੁਹਾਡੇ ਮੂਹਰੇ ਖੋਲ ਕੇ ਰੱਖ ਦਿੰਦਾ ਕਿ ਮੇਰੇ ਕੋਲ ਘਰੇ ਤਾਂ ਭਰਾਵਾ ਆਹ ਕੁਛ ਪਿਆ ਤੇ ਉਹ ਕੋਈ ਕਰ ਲੈ। ਤੇ ਜਿਹੜਾ ਅਮੀਰ ਆਦਮੀ ਉਹ ਦੇਖਦਾ ਹੁੰਦਾ ਕਿ ਮੇਰੇ ਘਰੋਂ ਆਊਗਾ ਤਾਂ ਕੀ ਲੈ ਕੇ ਆਊਗਾ, ਜੀ, ਤੇ ਜੇ ਮੈਂ ਇਹਦੇ ਕੋਲ ਜਾਊਂਗਾ ਤਾਂ ਮੈਨੂੰ ਕੀ ਦੇਊਗਾ। ਹਾਂਜੀ। ਸੋ ਬਿਲਕੁਲ ਜੀ। ਸੋ ਰੇਡੀਓ ਪੰਜਾਬ ਟੁਡੇ ਦਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ। ਪ੍ਰੋਗਰਾਮ ਇਸੇ ਤਰ੍ਹਾਂ ਬਰਕਰਾਰ ਰਹਿਣਗੇ। ਥੋੜ੍ਹੀ ਦੇਰ ਬਾਅਦ ਪ੍ਰੋਗਰਾਮ ਤੁਹਾਨੂੰ ਗੀਤ ਬਹਾਰ ਵੀ ਸੁਣਨ ਨੂੰ ਮਿਲੇਗਾ, ਰਿਪੀਟ ਸ਼ੋ। ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ। ਜੁੜੇ ਰਹੋ ਰੇਡੀਓ ਪੰਜਾਬ ਟੁਡੇ।